बाइबल सानू ਜਿਹੜੀ ਆ ਉਹ ਕੁਝ ਗੱਲਾਂ ਦੇ ਬਾਰੇ ਸਾਨੂੰ ਜਿਹੜੇ ਲੋਕ ਯਿਸੂ ਮਸੀਹ 'ਚ ਆ ਕੇ ਚੰਗੇ ਚੁੰਗੇ ਹੋ ਜਾਂਦੇ ਆ ਉਹਨਾਂ ਬਾਰੇ ਖੁਦਾ ਦਾ ਕਲਾਮ ਸਾਨੂੰ 'ਚ ਕੀ ਕਹਿੰਦਾ ਉਹਦੇ ਬਾਰੇ ਆਪਾਂ ਬਾਈਬਲ ਨੂੰ ਥੋੜਾ ਖੋਲਾਂਗੇ ਔਰ ਦੇਖਾਂਗੇ ਕਿ ਪਰਮੇਸ਼ਵਰ ਸਾਡੇ ਨਾਲ ਗੱਲ ਕਰੇਗਾ। ਹਾਲੇਲੂਇਆ। ਆइए ਮਰਕਸ ਦੀ ਇੰਜੀਲ ਉਹਦਾ 8 ਅਧਿਆਏ ਉਹਦੀ 22 ਐਤ ਪੜਾਂਗੇ ਕੀ ਲਿਖਿਆ ਹੈ। ਫਿਰ ਉਹ ਬੈਤਸੈਦਾ ਵਿੱਚ ਆਏ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਔਰ ਉਹਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੋਹੇ। ਤਾਂ ਉਹ ਉਸ ਅੰਨੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਔਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੁਝ ਦਿਸਦਾ ਹੈ? ਉਸ ਨੇ ਨਜ਼ਰ ਪੱਟ ਕੇ ਵੇਖਿਆ ਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂ ਦਿਸਦੇ ਹਨ। ਤਾਂ ਦੋਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਔਰ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। ਬਸ ਇਹ ਤੁਸੀਂ ਕਿੰਨੀ ਵਾਰੀ ਇਹਨੂੰ ਪੜਿਆ ਹੋਣਾ, ਕਿੰਨੀ ਵਾਰੀ ਇਹਨੂੰ ਸੁਣਿਆ ਆ। ਯਿਸੂ ਮਸੀਹ ਨੂੰ 2 ਵਾਰੀ ਪ੍ਰੇਅਰ ਕਰਨੀ ਪਈ ਇਹਦੇ ਲਈ। ਬੋਲੋ ਕਿੰਨੀ ਵਾਰੀ ਪ੍ਰੇਅਰ ਕਰਨੀ ਪਈ? 2 ਵਾਰੀ। ਉਹ ਪ੍ਰਭੂ ਆ, ਉਹਨੂੰ 2 ਵਾਰੀ ਕਿਉਂ ਪ੍ਰੇਅਰ ਕਰਨੀ ਪੈਗੀ ਬਈ ਇਹਦੇ ਲਈ? 2 ਵਾਰੀ ਉਹ ਤਾਂ ਸ਼ਬਦ ਬੋਲੇ ਤੇ ਉਤਪਤ ਹੋ ਗਏ, ਧਰਤੀ ਕਾਸ਼ ਜੋ ਕੁਛ ਉਤਪਤ ਹੋ ਗਿਆ। ਲੇਕਿਨ ਇੱਥੇ ਬੜੀ ਇੱਕ ਗਹਿਰੀ ਗੱਲ ਆ ਕਿ ਇੱਥੇ 2 ਵਾਰੀ ਯਿਸੂ ਮਸੀਹ ਨੂੰ ਪ੍ਰੇਅਰ ਕਰਨੀ ਪਈ, ਜਿਹਨੂੰ ਅਸੀਂ ਕਿੰਨੀ ਵਾਰੀ ਪੜਿਆ, ਕਿੰਨੀ ਵਾਰੀ ਨੂੰ ਦੇਖਿਆ ਨਾ। ਹੁਣ ਤੁਸੀਂ ਦੇਖੇ ਨਾ, ਉਹ ਵੀ ਜਿਹਨੇ ਪ੍ਰੇਅਰ ਕੀਤੀ ਉਹ ਵੀ ਵਿਅਕਤੀ ਕੀ ਕਹਿੰਦਾ? ਕਹਿੰਦਾ ਮੈਨੂੰ ਸਾਫ਼ ਦਿਖਾਈ ਨਹੀਂ ਦੇ ਰਿਹਾ, ਦਿਖਾਈ ਨਹੀਂ ਦੇ ਰਿਹਾ, ਮੈਨੂੰ ਧੁੰਦਲਾ ਨਜ਼ਰ ਆਉਂਦਾ, ਧੁੰਦਲਾ। ਇਹਨੂੰ ਹੁਣ ਨਾ ਇਸ ਗੱਲ ਤੇ ਅੱਜ ਖਿਆਲ ਕਰਨਾ, ਵਿਸ਼ਵਾਸੀ ਜਿਹੜੇ ਲੋਕ ਹਨ ਉਹਨਾਂ ਨੂੰ ਧੁੰਦਲਾ ਨਜ਼ਰ ਆਉਂਦਾ ਹੈ। ਉਹਨਾਂ ਨੇ ਇੱਥੇ ਬਹੁਤ ਮੌਜੇ ਚੇਨ ਚਮਤਕਾਰ ਦੇਖੇ ਆ ਚਰਚ ਵਿੱਚ। ਹਾਲੇ ਵੀ ਉਹਨਾਂ ਦਾ ਜਿਹੜੀਆਂ ਅੱਖਾਂ ਦੀ ਲਾਈਟ ਆ ਜਿਹੜੀ ਆ ਅੰਦਰਲੀ, ਉਹ ਹਾਲੇ ਕਲੀਨ ਨਹੀਂ, ਉਹਨੂੰ ਦਿਖਦਾ ਨਹੀਂ, ਹਾਲੇ ਉਹਨੂੰ ਦਿਖਦਾ ਨਹੀਂ। ਵਿਸ਼ਵਾਸੀਆਂ ਨੂੰ ਤੁਹਾਨੂੰ ਲੱਗਦਾ ਕਿ ਸਾਨੂੰ ਦਿਖਦਾ, ਸਾਨੂੰ ਸਾਰਾ ਪਤਾ ਆ, ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਉਹਨੂੰ ਪਤਾ ਆ, ਪਰ ਬਾਈਬਲ ਕਹਿੰਦੀ ਇਹਨਾਂ ਨੂੰ ਦਿਖਦਾ ਨਹੀਂ। ਇਹ ਵਿਅਕਤੀ ਨੇ 2 ਵਾਰੀ ਪ੍ਰੇਅਰ ਕੀਤੀ ਆ, ਯਿਸੂ ਮਸੀਹ ਨੂੰ 2 ਵਾਰੀ ਪ੍ਰੇਅਰ ਕਰਨੀ ਪਈ। ਤੇ ਤੁਸੀਂ ਹਿਸਾਬ ਲਓ ਸਾਨੂੰ ਰੋਜ਼ ਹੀ ਤੁਹਾਡੇ ਲਈ ਪ੍ਰੇਅਰ ਕਰਨੀ ਪੈਂਦੀ ਕਿ ਪ੍ਰਭੂ ਜੀ ਇਹਨਾਂ ਨੂੰ ਸਾਫ਼ ਕਦੋਂ ਦਿਖਾਈ ਦਊਗਾ। ਇਹਨੂੰ ਖਿਆਲ ਕਰਨਾ। ਕਈ ਵਾਰੀ ਬਹੁਤ ਲੋਕਾਂ ਲਈ ਕਿੰਨੀ ਵਾਰੀ ਮੈਨੂੰ ਪ੍ਰੇਅਰ ਕਰਨੀ ਪੈਂਦੀ, ਪ੍ਰਭੂ ਜੀ ਨੂੰ ਸਾਫ਼ ਦਿਖਾਈ ਦੇਵੇ, ਇਹਨੂੰ ਦਿਖਦਾ ਨਹੀਂ ਪਿਆ। ਜਿਸਮਾਨੀ ਅੱਖਾਂ ਨਾਲ ਤਾਂ ਉਹਨੂੰ ਦਿਖਦਾ, ਰੂਹਾਨੀ ਅੱਖਾਂ ਨਾਲ ਨਹੀਂ ਦਿਖਦਾ। ਜਿਹਨੂੰ ਰੂਹਾਨੀ ਅੱਖਾਂ ਜਿਹਦੀਆਂ ਖੁੱਲ ਜਾਂਦੀਆਂ ਨਾ, ਉਹ ਵਿਅਕਤੀ ਬੁਰੇ ਤੇ ਭਲੇ ਦੀ ਕੀ ਕਰਦਾ ਹੈ? ਪਛਾਣ ਕਰਦਾ। ਉਹ ਕਰਦਾ, ਉਹਦੀਆਂ ਅੰਦਰਲੀਆਂ ਖੁੱਲ ਗਈਆਂ, ਉਹਦੇ ਲਈ ਫਿਰ ਦੁਆ ਕਰਨ ਦੀ ਲੋੜ ਨਹੀਂ ਪੈਂਦੀ। ਉਹਦੇ ਲਈ ਉਹਨੂੰ ਦਿਖ ਰਿਹਾ ਹੈ, ਉਹਨੂੰ ਇਹ ਵੀ ਦਿਖ ਰਿਹਾ ਕਿ ਜਿਸ ਚਰਚ ਮੈਂ ਜਾ ਰਿਹਾ ਉਹ ਚਰਚ ਅੱਛਾ ਹੈਗਾ ਜਾਂ ਨਹੀਂ। ਉਹਨੂੰ ਇਹ ਵੀ ਦਿਖਾਈ ਦੇ ਰਿਹਾ ਕਿ ਮੇਰੇ ਚਰਚ ਖੁਦਾ ਕੰਮ ਕਰਦਾ ਕਿ ਨਹੀਂ ਕਰਦਾ, ਉਹਨੂੰ ਪਤਾ ਹੈ ਕਿਉਂਕਿ ਉਹਦੀਆਂ ਅੰਦਰਲੀਆਂ ਖੁੱਲ ਗਈਆਂ। ਤੇ ਜਿਹਦੀਆਂ ਬੰਦ ਆ ਉਹਨੂੰ ਕੁਛ ਨਹੀਂ ਦਿਖਦਾ, ਉਹਨੂੰ ਧੁੰਦਲਾ ਨਜ਼ਰ ਆਉਂਦਾ। ਉਹ ਕਿਤੇ ਹੋਰ ਜਾ ਕੇ ਕੁਛ ਕਰਾਉਣਾ ਚਾਹੁੰਦਾ ਹੈ ਕਿਉਂਕਿ ਉਹਨੂੰ ਧੁੰਦਲਾ ਨਜ਼ਰ ਆਉਂਦਾ। ਬਾਈਬਲ ਕਹਿੰਦੀ ਆ ਯਿਸੂ ਮਸੀਹ ਨੇ ਇੱਕ ਔਰ ਗੱਲ ਕਹੀ ਰਸੂਲਾਂ ਦੇ ਕਰਤੱਵ ਵਿੱਚ, ਦੁਖੀ ਹੋ ਕੇ ਕਹੀ। ਉਸ ਲਾਈਨ ਨੂੰ ਪੜਾਂਗੇ, ਪ੍ਰੇਰਿਤੋਂ ਕੀ ਪੁਸਤਕ ਰਸੂਲਾਂ ਦੇ ਕਰਤੱਵ, ਉਹਦੀ ਇੱਕ ਗੱਲ ਲਿਖੀ ਹੈ ਰਸੂਲ ਵਿੱਚ। ਸ਼ਾਇਦ ਦੇਖੋ ਤੇ ਕੀ ਲਿਖਿਆ। ਇਹਨਾਂ ਲੋਕਾਂ ਨੂੰ ਮਤੀ 'ਚ ਵੀ ਲਿਖਿਆ, ਪ੍ਰੇਰਿਤੋਂ ਵਿੱਚ ਲਿਖਿਆ। ਇਹਨਾਂ ਦੇ ਕੰਨ ਭਾਰੀ ਹੋ ਗਏ ਤਾਂ ਬਹੁਤ ਕੁਛ ਲਿਖਿਆ। ਦੇਖੀ ਕੀ ਲਿਖਿਆ ਉੱਥੇ। ਉਹਦਾ ਲਾਸਟ ਅਧਿਆਇ 28 ਚੈਪਟਰ, ਉਹਦੀ 26 ਅਧਿਆਇ ਕੀ ਲਿਖਿਆ। ਯਿਸੂ ਮਸੀਹ ਨੇ ਇਹਨਾਂ ਲੋਕਾਂ ਨੇ ਇੱਕ ਔਰ ਗੱਲ, ਪੌਲਸ ਨੇ ਵੀ ਗੱਲ ਕਹੀ, ਯਿਸੂ ਮਸੀਹ ਨੇ ਵੀ ਕਹੀ। ਬੜੀ ਕੀ ਲਿਖਿਆ, ਇਸ ਪਰਜਾ ਦੇ ਕੋਲ ਜਾ ਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ। ਸੁਣੋਗੇ, ਸੁਣਨਾ ਜਿੱਥੋਂ ਮਰਜ਼ੀ ਸੁਣ ਲਓ। ਬਾਈਬਲ ਕਹਿੰਦੀ ਗੱਲ ਖੁਦਾਵੰਦ ਨੇ ਗਿਲਾ ਕੀਤਾ, ਇਸ ਪਰਜਾ ਕੋ ਜਾ ਕੇ ਇਹਨੂੰ ਕੀ ਕਹਿ, ਹਾਂ ਤੁਸੀਂ ਕੰਨਾਂ ਨਾਲ ਸੁਣੋਗੇ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਪਰ ਮੁੱਲੋਂ ਤੁਸੀਂ ਸਮਝ ਨਹੀਂ ਸਕਦੇ। ਔਰ ਅਤੇ ਵੇਖਦੇ ਹੋਏ ਵੇਖੋਗੇ, ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ।
ਪਰ ਮੁੱਲੋਂ ਬੁੱਝ ਨਹੀਂ ਸਕਦੇ ਤੁਸੀਂ। ਔਰ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ। ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਹਾਂ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ। ਦੇਖੇ ਇਹਨੂੰ ਇਸ ਗੱਲ ਨੂੰ ਖਿਆਲ ਨਾਲ ਸੁਣੀਏ, ਬਾਈਬਲ ਕੀ ਕਹਿੰਦੀ। ਜੇ ਇਹ ਧਿਆਨ ਨਾਲ ਸੁਣਨ, ਕਈ ਲੋਕਾਂ ਦੀ ਚੰਗਿਆਈ ਨਹੀਂ ਨਾ ਹੁੰਦੀ, ਉਹਦੇ ਕਾਰਨ ਆ, ਉਹਦੇ ਚ ਕਾਰਨ ਆ। ਉਹ ਜਿਵੇਂ ਉਹਦੇ ਅੰਦਰ ਕਲਾਮ ਵਚਨ ਜਾਣਾ ਚਾਹੀਦਾ ਆ, ਉਹ ਜਾਂਦਾ ਨਹੀਂ ਉਹਦੇ ਅੰਦਰ। ਸੁਣਦੇ ਤਾਂ ਹੈਗੇ ਪਰ ਉਹਨਾਂ ਦੇ ਕੰਨ ਲਿਖਿਆ ਭਾਰੀ ਹੋਏ ਨੇ। ਜਿਵੇਂ ਸੁਣਨਾ ਚਾਹੀਦਾ ਉਹਨੇ ਉੱਚਾ ਉੱਚਾ ਉਹਨੂੰ ਉੱਚਾ ਸੁਣਾਈ ਦਿੰਦਾ। ਇਹਦਾ ਲੱਗਦਾ ਸੁਣਿਆ ਪਰ ਨਿਕਲ ਗਿਆ ਅੰਦਰੋਂ। ਉਹਨਾਂ ਦੀ ਚੰਗਿਆਈ ਵੀ ਬਰਕਰਾਰ ਨਹੀਂ ਆ, ਉਹ ਖਤਮ ਹੋ ਜਾਂਦਾ। ਬਹੁਤ ਲੋਕਾਂ ਦਾ ਸਿਸਟਮ ਇਦਾਂ ਹੀ ਹੋਇਆ ਪਿਆ ਆ। ਤੁਹਾਡੇ ਵਿੱਚੋਂ ਵੀ ਕਈ ਇਦਾਂ ਹੋ ਸਕਦਾ ਜਿਹੜੇ ਬਿਮਾਰ ਹੈਗੇ, ਹੱਲੇ ਵੀ ਹੈਗੇ ਆ। ਉਹ ਇਦਾਂ ਆ, ਬਾਈਬਲ ਦਾ ਕਹਿੰਦੀ ਇਹਨਾਂ ਅੰਦਰ ਕਲਾਮ ਜਿਹੜਾ ਆ, ਪੌਲੁਸ ਕਹਿੰਦਾ ਵੀ ਨੀਚਾ ਦੇ ਨਾਲ ਵਸ ਨਹੀਂ ਰਿਹਾ। ਵਿਸ਼ਵਾਸ ਹੈਗਾ, ਦੇਖ ਕੇ ਤੁਹਾਨੂੰ ਪਤਾ ਆ ਕਿ ਉਹ ਚੰਗਾ ਹੋਇਆ, ਉਹ ਠੀਕ ਹੋਇਆ, ਮੈਨੂੰ ਪਤਾ ਚਰਚ ਠੀਕ ਹੋਇਆ, ਪਰ ਆਪਣੇ ਲਈ ਉਹਦੇ ਲਈ ਕੁਛ ਨਹੀਂ। ਦੂਜਿਆਂ ਨੂੰ ਪਤਾ ਆ, ਉਹ ਕਿਸੇ ਦੀ ਟੈਸਟਮਨੀ ਸੁਣ ਕੇ ਤਾੜੀ ਵੀ ਮਾਰ ਦੇਗਾ, ਕੁਛ ਵੀ ਕਰੇਗਾ, ਲੇਕਿਨ ਉਹਦੇ ਲਈ ਆਪਣੇ ਲਈ ਕੁਛ ਨਹੀਂ ਹੈ ਉਹਦੇ ਲਈ। ਹੁਣ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ, ਇਹ ਜਿਹੜੀ ਲਾਈਨ ਆ ਇਹਨੂੰ ਫੇਰ ਦੁਬਾਰਾ ਇਹਨੂੰ ਮੈਂ ਪੜ੍ਹਾਉਣਾ ਚਾਹੁੰਦਾ ਹਾਂ। ਪੜ੍ਹੀਏ, ਪੜ੍ਹੀ ਕੀ ਲਿਖਿਆ ਇੱਥੇ। ਇਸ ਪਰਜਾ ਦੇ ਕੋਲ ਜਾ ਤੇ ਆਖ, ਇਸ ਪਰਜਾ ਕੋ ਜਾ ਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਹਾਂ ਪਰ ਮੂਲੋਂ ਨਾ ਸਮਝੋਗੇ, ਔਰ ਅਤੇ ਵੇਖਦੇ ਹੋਏ ਵੇਖੋਗੇ ਹਾਂ ਪਰ ਮੂਲੋਂ ਬੁੱਝੋਗੇ ਨਾ। ਔਰ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ। ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਇਹਦਾ ਮਤਲਬ ਆ ਕਿ ਇਹਨਾਂ ਨੇ ਸਭ ਕੁਝ ਸੁਣਿਆ, ਇਹਦਾ ਮਤਲਬ ਮੁੜਦੇ ਨਹੀਂ ਪਏ। ਮੁੜਿਆ ਤੇ ਮੈਂ ਇਹਨਾਂ ਨੂੰ ਕੀ ਕਰਾਂ, ਚੰਗਾ ਕਰਾਂ। ਕਿੰਨੇ ਲੋਕ ਆ ਜਿਹੜੇ ਆਪਣੀਆਂ ਗਲਤੀਆਂ ਨੂੰ, ਆਪਣੇ ਪਾਪਾਂ ਨੂੰ ਛੱਡਦੇ ਨਹੀਂ ਪਏ। ਖੁਦਾ ਕਹਿੰਦਾ ਜੇ ਮੋੜਾਂ ਤੇ ਮੈਂ ਇਹਨੂੰ ਕੀ ਕਰ ਦੂੰਗਾ, ਮੈਂ ਇਹਨੂੰ ਚੰਗਾ ਕਰ ਦੂੰਗਾ। ਇਹਦਾ ਮਤਲਬ ਆ ਕਿ ਜਿਸ ਵਿਅਕਤੀ ਦੀ ਆਸ਼ੀਸ਼ ਰੁਕਦੀ ਆ ਉਹ ਮੁੜਿਆ ਨਹੀਂ ਆ ਰਿਹਾ ਚਰਚ, ਲੇਕਿਨ ਉਹ ਆਪਣੀਆਂ ਗਲਤੀਆਂ ਤੋਂ ਮੁੜ ਨਹੀਂ ਰਿਹਾ, ਆਪਣੇ ਪਾਪਾਂ ਤੋਂ ਮੁੜ ਨਹੀਂ ਰਿਹਾ। ਇਹ ਜਿਹੜੀ ਭਵਿਸ਼ਵਾਣੀ ਆ, ਜਿਹੜੇ ਤੁਸੀਂ ਯਸ਼ਾਇਆ ਦੇ ਪੁੱਤਰ 6 ਅਧਿਆਇ ਦੀ 10 ਹੱਥ ਪੜ੍ਹੋਗੇ, ਉੱਥੇ ਕਿ ਇਹ ਭਵਿਸ਼ਵਾਣੀ ਪਹਿਲਾਂ ਕੀਤੀ ਗਈ ਯਸ਼ਾਇਆ ਨਬੀ ਦੇ ਦੁਆਰਾ। ਪੜ੍ਹੀਏ ਕੀ ਲਿਖਿਆ ਪਿਆ ਉੱਥੇ ਇਸ ਆਇਤ ਨੂੰ, 6 ਚੈਪਟਰ। ਇਸ ਪਰਜਾ ਦਾ ਮਨ ਮੋਟਾ, ਯਸ਼ਾਇਆ ਨੇ ਵੀ ਆ ਕੇ ਉਪਦੇਸ਼ ਕੀਤਾ, ਉਹਨਾਂ ਨੂੰ ਵੀ ਯਸ਼ਾਇਆ ਨੇ ਇੱਕ ਭਵਿਸ਼ਵਾਣੀ ਕੀਤੀ। ਖੁਦਾ ਨੇ ਕਿਹਾ ਇਸ ਪਰਜਾ ਲਈ ਬੋਲ, ਇਹਨਾਂ ਦਾ ਮਨ ਕੀ ਹੋ ਗਿਆ, ਮੋਟਾ ਮੋਟਾ, ਤੇ ਇਸ ਦੇ ਕੰਨ ਭਾਰੇ ਇਹਨਾਂ ਕਰਦੇ, ਦੇ ਕੰਨ ਕੀ ਹੋ ਗਏ, ਭਾਰੇ ਕਰਦੇ, ਔਰ ਅਤੇ ਇਸ ਦੀਆਂ ਅੱਖਾਂ ਬੰਦ ਕਰ, ਹਾਂ ਮਤੇ ਉਹ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਆਪਣੀਆਂ ਕੰਨਾਂ ਨਾਲ ਸੁਣਨ ਅਤੇ ਆਪਣੇ ਮਨ ਨਾਲ ਸਮਝਣ ਅਤੇ ਮੁੜ ਆਉਣ ਤੇ ਚੰਗੇ ਹੋ ਜਾਣ। ਇਹਦਾ ਮਤਲਬ ਚੰਗਿਆਈ 'ਚ ਕਿਤੇ ਨਾ ਕਿਤੇ ਚੰਗਿਆਈ ਦੇ ਵਿੱਚ ਬਾਧਾ ਆ। ਜਿਹੜੇ ਲੋਕ ਚੰਗੇ ਨਹੀਂ ਹੁੰਦੇ, ਜਿਹਨਾਂ ਦੀਆਂ ਪ੍ਰੋਬਲਮ ਖੜੀਆਂ ਆ, ਉਹਦੇ ਕਾਰਨ ਆ ਜੇ ਇਹ ਮੁੜਿਆ ਤੇ ਮੈਂ ਇਹਨਾਂ ਨੂੰ ਕੀ ਕਰਾਂ, ਚੰਗਾ ਕਰਾਂਗਾ। ਬੋਲੋ ਮੈਂ ਇਹਨਾਂ ਨੂੰ ਕੀ ਕਰਾਂ। ਇਹਦਾ ਮਤਲਬ ਜਿਹੜਾ ਵਿਸ਼ਵਾਸੀ ਹੱਲੇ ਹੀਲ ਨਹੀਂ ਹੋ ਰਿਹਾ, ਚੰਗਾ ਨਹੀਂ ਹੋ ਰਿਹਾ, ਇਹਦਾ ਮਤਲਬ ਉਹ 'ਚ ਕਮੀਆਂ ਉਹ ਲੌਟ ਨਹੀਂ ਰਿਹਾ, ਦੁਆ ਕਰ ਰਿਹਾ, ਵਰਤ ਵੀ ਰੱਖ ਲੈਂਦਾ ਹੋਊਗਾ, ਚਰਚ ਵੀ ਆਂਦਾ ਆ, ਪਰ ਆਪਣੀਆਂ ਜਿਹੜੀਆਂ ਦੇ ਪੁਸ਼ੀਦਾ ਉਹਦੇ ਪਾਪ ਹਨ ਅੰਦਰਲੇ, ਉਹ ਤੋਂ ਮੁੜਦਾ ਨਹੀਂ ਪਿਆ, ਮੁੜ ਨਹੀਂ ਰਿਹਾ। ਇਸੇ ਕਰਕੇ ਬਾਈਬਲ ਕਹਿੰਦੀ ਹੈ ਮੁੜਿਆਣ ਤੇ ਮੈਂ ਇਹਨੂੰ ਕੀ ਕਰ ਦੇਵਾਂ, ਚੰਗਾ ਕਰਾਂਗਾ। ਚੰਗਾ ਕਰ। ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਵੀ ਕਹੀ, ਇਹਨਾਂ ਦੇ ਕੰਨ ਭਾਰੀ ਹੋ ਗਏ, ਅੱਖਾਂ ਇਦਾਂ ਹੋ ਗਈਆਂ। ਇਹਦਾ ਮਤਲਬ ਇਹ ਗੱਲ ਹੈਗੀ ਆ ਤਾਂ ਇਹ ਲਿਖਣੀ ਪਈ। ਜਿਹੜੀ ਗੱਲ ਮੈਂ ਤੁਹਾਨੂੰ ਪੜ੍ਹਾਈ ਹੈ ਬਹਿਸ ਸਜ਼ਾ ਦੀ, ਅੱਜ ਉਹਦੇ ਵਿੱਚ ਜਿਹੜੀ ਗੱਲ, ਉਹਦੇ ਵਿੱਚ ਇੱਕ ਗੱਲ ਸਿੱਖਣੀ ਹੈ। ਫਿਰ ਦੁਬਾਰਾ ਉਸੇ ਲਾਈਨ ਤੇ ਜਾਵਾਂਗੇ, ਉਹਨੂੰ ਪੜਾਂਗੇ। ਉੱਥੇ ਕੀ ਲਿਖਿਆ, ਪੜ੍ਹੀਏ। ਇਹ ਗੱਲ ਯਿਸੂ ਮਸੀਹ ਜੀ ਨੂੰ ਕਿਉਂ ਕਹਿਣੀ ਪਈ, ਜਿਹੜੀ ਮਰਕਸ 8:22 ਆ। ਹਾਂ ਪੜ੍ਹੀਏ। ਫਿਰ ਉਹ ਬੈਤਸੈਦਾ ਵਿੱਚ ਆਏ ਔਰ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ, ਹਾਂ, ਔਰ ਉਹਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੂਹੇ, ਤਾਂ ਉਹ ਉਸ ਅੰਨੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ। ਹੁਣ ਦੇਖਿਓ ਨਾ, ਇਸ ਵਿਅਕਤੀ ਨੂੰ ਪ੍ਰਭੂ ਯਿਸੂ ਮਸੀਹ ਇਹਨੂੰ ਪਿੰਡੋਂ ਕਿ ਲੈ ਗਏ,
ਕਿ ਪਿੰਡ ਵਿੱਚ ਉਹਨੂੰ ਹੀਲਿੰਗ ਨਹੀਂ ਕਰ ਸਕਦਾ ਸੀ ਖੁਦਾ ਨਹੀਂ, ਖੁਦਾ ਕਿਤੇ ਵੀ ਹੀਲਿੰਗ ਕਰ ਸਕਦਾ ਹੈ। ਇਹਦਾ ਮਤਲਬ ਆ ਇੱਥੇ ਗੜਬੜ ਹੈ ਇਸ ਪਿੰਡ ਦੇ ਵਿੱਚ। ਜਿਸ ਪਿੰਡ 'ਚ ਸ਼ਾਇਦ ਤੇ ਰਹਿ ਰਿਹਾ ਆ, ਇਹ ਪਿੰਡ ਵਿੱਚ ਇਹਦੇ ਲਈ ਰਹਿਣਾ ਮੁਸ਼ਕਲ ਆ। ਆਪਾਂ ਕਹਿੰਦੇ ਜਿਲੇ ਕੋਈ ਕੰਮ ਖਰਾਬ ਹੋ ਜੇ ਬੱਚਿਆਂ ਦਾ, ਉਹ ਕਹਿੰਦੇ ਨੂੰ ਪਿੰਡੋਂ ਕੱਢ ਦਿਓ, ਰਿਸ਼ਤੇਦਾਰਾਂ ਦੇ ਭੇਜ ਦਿਓ। ਜੇ ਇਸ ਪਿੰਡ ਵਿੱਚ ਰਹੇਗਾ ਤੇ ਗੜਬੜ ਹੋ ਜਾਣੀ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨੂੰ ਪਤਾ ਆ ਕਿ ਜੇ ਇੱਥੇ ਰਹਿਣਾ ਇਹ ਗੜਬੜ ਆ, ਇਹ ਉੱਥੇ ਰਹਿ ਕੇ ਹੀਲ ਨਹੀਂ ਹੋ ਰਿਹਾ, ਚੰਗਾ ਨਹੀਂ ਹੋ ਰਿਹਾ। ਇਸ ਲਈ ਦੂਜੀ ਵਾਰੀ ਯਿਸੂ ਮਸੀਹ ਨੂੰ ਪ੍ਰੇਅਰ ਕਰਨੀ ਪਈ। ਤੇ ਯਿਸੂ ਮਸੀਹ ਨੇ ਦੇਖਿਆ ਜਿਹੜੇ ਪਹਿਲੀ ਪ੍ਰੇਅਰ ਉਹਨੇ ਕੀਤੀ ਆ, ਉਹਨੂੰ ਪਿੰਡ ਤੋਂ ਕੀ ਲਿਜਾਣਾ ਪਿਆ, ਬਾਹਰ ਲੈ ਕੇ ਜਾਣਾ ਪਿਆ, ਕਿਉਂਕਿ ਉੱਥੇ ਰਹਿ ਕੇ ਉਹਦੀ ਚੰਗਿਆਈ ਵਿੱਚ ਵਾਧਾ ਸੀ। ਅੱਜ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਇਸ ਗੱਲ ਨੂੰ, ਇਹ ਡੀਪਲੀ ਗੱਲ ਆ ਬਾਈਬਲ ਦੀ। ਬਾਈਬਲ ਕੀ ਕਹਿੰਦੀ, ਤੁਸੀਂ ਇਹਨੂੰ ਪੜ੍ਹਿਆ, ਤੁਸੀਂ ਇਹਨੂੰ ਸੁਣਿਆ, ਤੁਸੀਂ ਇਹਦੇ ਤੇ ਕਦੀ ਵੀ ਆਪਣਾ ਮੈਡੀਟੇਸ਼ਨ ਨਹੀਂ ਕੀਤਾ ਕਿ ਇਹਨੂੰ ਬਾਹਰ ਕਿਉਂ ਲੈ ਕੇ ਜਾਣਾ ਪਿਆ ਇਸ ਪਿੰਡ ਵਿੱਚੋਂ। ਬਈ ਇਹਦਾ ਪਿੰਡ ਵਿੱਚ ਰਹਿ ਕੇ ਇਹ ਸਿਸਟਮ ਕਦੀ ਵੀ ਠੀਕ ਨਹੀਂ ਹੋਣਾ। ਇਹਨੂੰ ਖਿਆਲ ਨਾਲ ਸੁਣਨਾ। ਬਹੁਤ ਗੱਲਾਂ ਆ ਜਿਹੜੇ ਸਥਾਨ ਤੇ ਤੁਸੀਂ ਰਹਿ ਰਹੇ ਆ ਜਾਂ ਤੁਹਾਡਾ ਸਥਾਨ ਆ, ਉਸ ਕੰਮਾਂ 'ਚੋਂ ਤੁਹਾਨੂੰ ਬਾਹਰ ਨਿਕਲਣਾ ਪਏਗਾ ਜਿੱਥੇ ਤੇਰੀ ਵਾਧਾ ਹੈ, ਤੇਰੀ ਚੰਗਿਆਈ 'ਚ, ਤੇਰੀ ਆਸ਼ੀਸ਼ 'ਚ ਰੁਕਾਵਟ ਆ, ਜਿੱਥੇ ਤੈਨੂੰ ਉਸ ਚੀਜ਼ 'ਚੋਂ ਬਾਹਰ ਨਿਕਲਣ ਦੀ ਕੀ ਆ ਜ਼ਰੂਰਤ ਆ। ਜਿਹੜੇ ਕੰਮਾਂ 'ਚ ਤੂੰ ਅੰਦਰਲੇ ਸਿਸਟਮ 'ਚ ਫਸਿਆ ਹੋਇਆ, ਕਿਤੇ ਜਿਲੇ ਤੂੰ ਚੋਂ ਬਾਹਰ ਨਿਕਲ ਕੇ ਆਏਗਾ ਤੇ ਤੇਰੀ ਚੰਗਿਆਈ, ਤੇਰੇ ਲਈ ਬਰਕਤ ਦੇ ਦਰਵਾਜ਼ੇ, ਤੇਰੀਆਂ ਪ੍ਰੋਬਲਮ ਜਿੰਨੀਆਂ ਸੋਲਵ ਹੋਣ ਲਈ ਉਹਦੇ ਲਈ ਖੁਦਾ ਕੁਛ ਕਰੇਗਾ। ਤੈਨੂੰ ਉਸ ਗੱਲਾਂ 'ਚੋਂ ਬਾਹਰ ਨਿਕਲਣਾ ਪਏਗਾ ਜਿੱਥੇ ਤੁਸੀਂ ਫਸੇ ਪਏ ਆ। ਆਪਣੇ ਅੰਦਰ ਗਤੀ ਬੈ ਸਦਾ ਤੇਰੇ ਅੰਦਰ ਵਸਦਾ, ਤੇਰੇ ਅੰਦਰ ਉਸ ਵੈਸਦਾ 'ਚੋਂ ਬਾਹਰ ਆ, ਉਸ ਨਗਰ 'ਚੋਂ, ਉਹ ਗੁਨਾਹ ਵਾਲੀ ਗੱਲਾਂ 'ਚੋਂ ਬਾਹਰ ਆ, ਉਹ ਕੁੰਡ 'ਚੋਂ ਜਿੱਥੇ ਪਾਪ ਹੋ ਰਿਹਾ, ਤੇ ਫੇਰ ਤੇਰੀ ਹੀਲਿੰਗ ਹੋਣੀ। ਇੱਥੇ ਗੜਬੜਿਆ ਇਹਦੀ ਖੁਦਾਵੰਦ ਨੇ ਉਸ ਤੋਂ ਬਾਹਰ ਲੈ ਕੇ ਹੀਲਿੰਗ ਕੀਤੀ। ਔਰ ਕੀ ਕਿਆ ਪੜੀਏ, ਔਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ ਤੈਨੂੰ ਕੁਝ ਦਿਸਦਾ ਹੈ, ਤੈਨੂੰ ਕੁਝ ਦਿਖ ਰਿਹਾ। ਉਸ ਨੇ ਨਜ਼ਰ ਪੱਟ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ, ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂ ਦਿਸਦੇ ਹਨ। ਤਦ ਉਹਨੇ ਫੇਰ ਉਹਦੀਆਂ ਅੱਖਾਂ ਉੱਤੇ ਹੱਥ ਰੱਖੇ ਔਰ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। ਜਿਸਲੇ ਸਹੀ ਆਦਮੀ ਨੂੰ ਬਾਈਬਲ ਦਾ ਗਿਆਨ ਤੇ ਸਾਫ਼ ਜਿਲੇ ਉਹਨੂੰ ਕਦੋਂ ਦਿਖਾਈ ਦੇਵੇਗਾ, ਉਹਨੂੰ ਕਦੋਂ ਬੁਰੇ ਤੇ ਭਲੇ ਦਾ ਗਿਆਨ ਹੋਵੇਗਾ, ਜਿਸਲੇ ਉਹ ਬਾਈਬਲ ਦੇ ਵਚਨ ਨੂੰ ਸਿੱਖੇਗਾ ਤੇ ਆਪਣੇ ਅੰਦਰ ਰੱਖੇਗਾ। ਫਿਰ ਪਤਾ ਲੱਗੇਗਾ ਉਹਨੂੰ ਕਿ ਬੁਰੇ ਤੇ ਭਲੇ ਦਾ ਗਿਆਨ ਫੇਰ ਪਤਾ ਲੱਗਣਾ ਜਿਲੇ ਬਾਈਬਲ ਸਿੱਖੇਗਾ। ਜੇ ਬਾਈਬਲ ਨਹੀਂ ਸਿੱਖੇਗਾ ਤਾਂ ਉਹਨੂੰ ਪਤਾ ਲੱਗਣਾ ਮੈਂ ਗਲਤ ਚੱਲ ਰਿਹਾ ਜਾਂ ਠੀਕ ਚੱਲ ਰਿਹਾ, ਕਿਉਂਕਿ ਉਹਦੀਆਂ ਅੱਖਾਂ ਕੀ ਕੀਤੀਆਂ ਗਈਆਂ ਹਨ, ਅੱਖਾਂ, ਉਹਦੇ ਕੰਨ ਸਭ ਭਾਰੇ ਪਏ ਨੇ। ਉਹ ਕਿੰਨੇ ਕੀਤੀਆਂ ਹਨ, ਕਦੋਂ ਹੋ ਗਈਆਂ? ਬਾਈਬਲ 'ਚ ਲਿਖਿਆ ਇਸ ਯੁੱਗ ਦੇ ਈਸ਼ਵਰ ਨੇ, ਇਸ ਯੁੱਗ ਦੀ, ਸ਼ਾਇਦ ਫਿਲਿੱਪੀਆਂ 4 ਮੈਨੂੰ ਲੱਗਦਾ ਉੱਥੇ ਲਿਖਿਆ ਕਿ ਇਸ ਯੁੱਗ ਦੇ ਈਸ਼ਵਰ ਨੇ ਲੋਕਾਂ ਦੀਆਂ ਅੱਖਾਂ ਕੀ ਕਰ ਦਿੱਤੀਆਂ ਹੋਈਆਂ, ਅੰਨੀਆਂ ਕਰ ਦਿੱਤੀਆਂ ਹੋਈਆਂ। ਕਈਆਂ ਦੀ ਦੁਸ਼ਟ ਆਤਮਾ ਜਿਹੜੀਆਂ ਬੁੱਧ ਨੂੰ ਫੜ ਲੈਂਦੀਆਂ, ਉਹਨੂੰ ਸਮਝ ਨਹੀਂ ਆਉਂਦੀ ਮੈਂ ਗਲਤ ਕਰ ਰਿਹਾ ਜਾਂ ਠੀਕ ਕਰ ਰਿਹਾ। ਉਹ ਆਪਣੀ ਦ੍ਰਿਸ਼ਟੀ 'ਚ ਲੱਗਦਾ ਜੋ ਕੁਛ ਮੈਂ ਕਰ ਰਿਹਾ ਮੈਂ ਠੀਕ ਕਰ ਰਿਹਾ। ਜਿਵੇਂ ਉਹ ਬਾਈਬਲ ਤੇ ਧਿਆਨ ਦੇ ਕੇ ਕਹੇਗਾ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ, ਜੇ ਵਚਨ ਅੰਦਰ ਹੋਊਗਾ ਫਿਰ ਪਤਾ ਲੱਗੂਗਾ ਮੈਂ ਠੀਕ ਨਹੀਂ ਕਰ ਰਿਹਾ, ਇਹ ਮੇਰੀ ਪ੍ਰਾਰਥਨਾ ਜਿਹੜੀ ਆ ਉਹ ਵੀ ਪ੍ਰਭਾਵਸ਼ਾਲੀ ਨਹੀਂ ਰਹਿਣੀ। ਇਹਨੂੰ ਖਿਆਲ ਨਾਲ ਸੁਣਨਾ। ਖੁਦਾਵੰਦ ਇਸ ਨੂੰ ਬਾਹਰ ਲੈ ਕੇ ਆਏ ਔਰ ਕੀ ਕਿਆ ਪੜੀਏ, ਇਹ ਕਹਿੰਦਾ ਮੈਨੂੰ ਧੁੰਦਲਾ ਨਜ਼ਰ ਆ ਰਿਹਾ। ਔਰ ਫਿਰ ਤਦ ਉਹਨੇ ਫੇਰ ਉਹਦੀਆਂ ਅੱਖਾਂ ਉੱਤੇ ਹੱਥ ਰੱਖੇ ਔਰ ਉਸਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਸੁਜਾਖਾ ਹੋ ਕੇ ਸਭ ਕੁਝ ਸਾਫ਼ ਵੇਖਣ ਲੱਗਾ, ਸਾਫ਼ ਦਿਖਾਈ ਦੇਣ ਲੱਗਾ। ਇਹ ਵੀ ਦੁਆ ਕਰਿਆ ਕਰੋ ਕਿ ਖੁਦਾਵੰਦ ਮੈਨੂੰ ਸਾਫ਼ ਕਦੋਂ ਨਜ਼ਰ ਆਏਗਾ। ਬਹੁਤੇ ਲੋਕਾਂ ਨੂੰ ਸਾਫ਼ ਨਜ਼ਰ ਨਹੀਂ ਆਉਂਦਾ, ਉਹਨਾਂ ਨੂੰ ਧੁੰਦਲਾ ਨਜ਼ਰ ਆਉਂਦਾ, ਧੁੰਦਲਾ ਉਹਨਾਂ ਨੂੰ, ਯਾਨੀ ਕਿ ਉਹਨੂੰ ਸ਼ੱਕ ਵਾਲੀਆਂ ਉਹਨਾਂ ਦੇ ਅੰਦਰ ਤਸਵੀਰਾਂ ਹਨ। ਕਈ ਵਾਰੀ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ, ਸਾਫ਼ ਨਹੀਂ ਦਿਖਾਈ ਦੇ ਰਿਹਾ।
ਮੈਨੂੰ ਸ਼ੱਕ ਹੈ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਸਾਫ਼-ਸਾਫ਼ ਕਦੋਂ ਦਿਖਾਈ ਦੇਵੇਗਾ? ਬਾਈਬਲ ਦੇ ਮੁਤਾਬਕ ਸਾਫ਼ ਕਦੋਂ ਦਿਖਦਾ? ਪੌਲਸ ਰਸੂਲ ਨੂੰ ਜੇ ਦਮਿਸ਼ਕ ਦੀ ਰਾਤ ਤੇ ਦਰਸ਼ਨ ਹੋਇਆ, ਬਾਈਬਲ ਕਹਿੰਦੀ ਉਹਦੀ ਅੱਖਾਂ ਦੇ ਛਿੱਲੜ ਉਤਰੇ, ਤੇ ਬਾਈਬਲ ਕਹਿੰਦੀ ਉਹਨੂੰ ਸਾਫ਼-ਸਾਫ਼ ਕੀਤਾ ਦਿਖਾਈ ਦੇ, ਦਿਖਾਈ ਤਾਂ ਸਾਫ਼-ਸਾਫ਼। ਅਗਰ ਤੁਸੀਂ ਰਾਜਾ ਦੀ ਕਿਤਾਬ ਪੜ੍ਹਦੇ ਆ, ਉੱਥੇ ਇੱਕ ਔਰ ਬੜੀ 6 ਚੈਪਟਰ, ਉੱਥੇ ਥੋੜਾ ਮੈਂ ਤੁਹਾਡੇ ਧਿਆਨ ਨੂੰ ਲੈਣਾ ਚਾਹੁੰਦਾ, ਕਦੋਂ ਸਾਫ਼ ਦਿਖਾਈ ਦਿੰਦਾ? ਦੇਖੀਏ ਕਦੋਂ ਸਾਫ਼ ਦਿਖਾਈ ਦੇਵੇਗਾ। ਰਾਜਾਂ ਦੀ ਪੁਸਤਕ ਉਹਦਾ 6 ਅਧਿਆਏ, ਇਹਦੀ 12 ਪੜ੍ਹ ਕੇ ਲਿਖਿਆ, ਦੂਸਰਾ ਰਾਜਾ। ਤਦ ਉਹਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਮੇਰੇ ਸੁਆਮੀ ਤੇ ਪਾਤਸ਼ਾਹ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਜ਼ਰਾਈਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈ, ਇਜ਼ਰਾਈਲ ਦੇ ਪਾਤਸ਼ਾਹ ਨੂੰ ਦੱਸਦਾ ਹੈ। ਹਾਂ। ਤਾਂ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ, ਭਈ ਮੈਂ ਉਹਨੂੰ ਫੜ ਕੇ ਲਿਆਵਾਂ। ਫਿਰ ਉਸ ਨੂੰ ਦੱਸਿਆ ਗਿਆ, ਭਈ ਵੇਖੋ ਉਹ ਦੋਥਾਨ ਵਿੱਚ ਹੈ। ਸੋ ਉਹਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉਧਰ ਘੱਲਿਆ, ਅਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਜਦ ਪਰਮੇਸ਼ਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਈ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਟਹਿਲੂਆ ਨੇ ਉਹਨੂੰ ਆਖਿਆ, ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? ਉਸ ਨੇ ਆਖਿਆ, ਨਾ ਡਰ, ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦਿਆਂ ਨਾਲੋਂ ਬਹੁਤੇ ਵਾਲੇ ਹਨ। ਇਧਰ ਖਿਆਲ ਨਾਲ ਸੁਣੀਏ, ਜਿਹਦੀਆਂ ਅੱਖਾਂ ਖੁੱਲੀਆਂ ਹੈ ਪਰਮੇਸ਼ਰ ਦਾਸ ਦੀਆਂ, ਬਾਹਰ ਆਰਾਮ ਦੇ ਰਾਜਾ ਦੀ ਸੈਨਾ ਨੇ ਪਰਮੇਸ਼ਰ ਦੇ ਦਾਸ ਦੇ ਇਰਦ ਗਿਰਦ ਘੇਰਾ ਪਾ ਲਿਆ। ਉਹਦਾ ਟਹਿਲੂਆ ਨਿਕਲ ਕੇ ਬਾਹਰ ਆਇਆ, ਕਮਰੇ 'ਚ ਸੁੱਤਾ ਹੋਇਆ, ਅੱਖਾਂ ਮਲਦਾ ਹੋਇਆ, ਤੇ ਦੌੜ ਕੇ ਜਿਲੇ ਉਹਨੇ ਦੇਖਿਆ ਤੇ ਬਾਹਰ ਆਰਾਮ ਦੇ ਰਾਜਾ ਦੀ ਫੌਜ ਸੈਨਾ ਲੱਗੀ ਹੋਈ ਆ ਪਰਮੇਸ਼ਰ ਦੇ ਦਾਸ ਨੂੰ ਫੜਨ ਲਈ। ਉਹਨੇ ਦੌੜ ਕੇ ਅੰਦਰ ਕਿਹਾ ਕਿ ਸਾਡੇ ਬਾਹਰ ਤਾਂ ਇੱਕ ਸੈਨਾ ਲੱਗੀ ਹੋਈ ਹੈ। ਅੰਦਰੋਂ ਪ੍ਰਭੂ ਦਾਸ ਨੇ ਕਿਹਾ, ਆਤਮ ਦੀ ਅੱਖਾਂ ਉਹਦੀਆਂ ਖੁੱਲੀਆਂ ਸੀ, ਉਹਨੇ ਕਿਹਾ, ਘਬਰਾ ਨਾ, ਇਹਨਾਂ ਨਾਲੋਂ ਸਾਡੇ ਨਾਲ ਕੀ ਆ? ਬੋਲੋ ਕਿੰਨੇ ਆ? ਜ਼ਿਆਦਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਬਹੁਤ ਸਾਲ ਪਹਿਲਾਂ ਦੀ ਗੱਲ ਆ, ਜ਼ਿਲ੍ਹੇ ਪਾਸਟਰ ਹਰਭਜਨ ਸਿੰਘ ਦੇ ਉੱਤੇ ਬੜੀ ਕਠਿਨਾਈ ਸੀ, ਮੁਸ਼ਕਲ ਸੀ ਖੋਜ ਵਾਲ ਉੱਤੇ। ਉਹਲੇ ਮੇਰੀ ਉਮਰ ਵੀ ਬਹੁਤ ਹਲਕੀ ਸੀ, ਉਹਨਾਂ ਦੇ ਬੜੀ ਪ੍ਰੋਬਲਮ ਸੀ, ਤੇ ਕੋਈ ਵੀ ਪ੍ਰਭੂ ਦਾ ਦਾਸ ਜਾਂਦਾ ਉਹਨਾਂ ਦੇ ਕੋਲ ਜਾ ਕੇ ਪਤਾ ਕੀ ਕਹਿੰਦਾ, ਕਹਿੰਦੇ ਪਾਦਰੀ ਸਾਹਿਬ ਤੁਹਾਨੂੰ ਕੀ ਲੋੜ ਸੀ, ਜਿਹੜੀ ਬੁੱਕ ਛਾਪੀ ਆ ਪ੍ਰਭੂ ਕੌਣ? ਕਿਸੇ ਨੇ ਉਹਨਾਂ ਨੂੰ ਬਾਈਬਲ ਚੋਂ ਸਾਹਿਤ ਨਹੀਂ ਕੀਤਾ, ਹਰ ਇੱਕ ਵਿਅਕਤੀ ਨੇ ਜੋ ਦੇ ਮਨ ਚ ਹੈ ਉਹਨੂੰ ਕਿਹਾ। ਬਹੁਤ ਉਹ ਵਿਚਾਰੇ ਪਰੇਸ਼ਾਨ ਸੀ, ਬਹੁਤ ਉਦਾਸ ਸੀ ਇੱਕ ਵਾਰੀ, ਤੇ ਵਾਈਫ ਉਹਨਾਂ ਦੀ ਉਸ ਵਕਤ ਵਿਸ਼ਵਾਸ ਚ ਨਹੀਂ ਸੀ। ਇਹਨੂੰ ਖਿਆਲ ਨਾਲ ਸੁਣਨਾ, ਉਹ ਵਿਸ਼ਵਾਸ ਚ ਨਹੀਂ ਸੀ, ਉਹ ਬੜੀ ਮੁਸ਼ਕਲ ਚ ਸੀ। ਪਵਿੱਤਰ ਆਤਮਾ ਨੇ ਮੈਨੂੰ ਕਿਹਾ, ਮੇਰੇ ਮਨ ਚ ਆਇਆ, ਤੂੰ ਖੋਜਲ ਜਾ। ਮੈਂ ਜਾ ਕੇ ਦਰਵਾਜ਼ਾ ਖੜਕਾਇਆ, ਹਰਭਜਨ ਸਿੰਘ ਦੀ ਵਾਈਫ ਬਾਹਰ ਆਈ, ਉਹ ਮੈਨੂੰ ਮਿਲੀ। ਉਹਨੇ ਜਾ ਕੇ ਅੰਦਰ ਦੱਸਿਆ ਹਰਭਜਨ ਸਿੰਘ ਜੀ ਨੂੰ ਕਿ ਕੋਈ ਬਾਹਰ ਤੁਹਾਨੂੰ ਮਿਲਣ ਵਾਸਤੇ ਆਇਆ। ਉਹਨਾਂ ਨੇ ਮੈਨੂੰ ਦੇਖਿਆ ਤੇ ਉਹ ਕਹਿੰਦੇ, ਵਿਜੇ ਅੰਦਰ ਆ ਜਾਓ। ਉਹ ਮੇਰੇ ਤੋਂ ਬੜੇ ਸੀ ਕਾਫੀ। ਮੈਂ ਜਾ ਕੇ ਬੈਠਾ, ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਘੱਟ ਤੋਂ ਘੱਟ ਉਹਨਾਂ ਪੌਣਾ ਘੰਟਾ ਜਿਹੜੇ ਮੈਨੂੰ ਗੱਲ ਕਰਦੇ ਹੋਗੇ, ਤੇ ਉਹਨੇ ਆਪਣੀਆਂ ਮੈਨੂੰ ਦੱਸਿਆ ਕਿ ਇਹਦਾ ਪ੍ਰੋਬਲਮ ਆ। ਉਹਨਾਂ ਨੇ ਮੈਨੂੰ ਕਿੰਨੀਆਂ ਹੀ ਗੱਲਾਂ ਜਿਹੜਾ ਅਪਸੈਟ ਹੋਣ ਕਰਕੇ ਉਹਨਾਂ ਮੈਨੂੰ ਦੱਸਿਆ। ਮੈਨੂੰ ਅੱਜ ਤੱਕ ਯਾਦ ਆ, ਇਹ ਹਵਾਲਾ ਪੜ੍ਹਾਇਆ ਮੈਨੂੰ ਬਾਈਬਲ ਦੀਆਂ ਕਿੰਨੀਆਂ ਗੱਲਾਂ ਦੱਸੀਆਂ। ਮੇਰੀ ਉਮਰ ਵੀ ਹਲਕੀ ਸੀ ਬਹੁਤ ਉਦੋਂ, ਲੇਕਿਨ ਮੇਰੇ ਮਨ 'ਚ ਪਵਿੱਤਰ ਆਤਮਾ ਨੇ ਇਹ ਗੱਲ ਪਾਈ, ਮੈਂ ਪੜ੍ਹਾਈ ਉਹਨੂੰ। ਮੈਂ ਇਹਨੂੰ ਕਿਹਾ, ਭਾਜੀ ਬਸ਼ੱਕਦੇ ਕੋਈ ਕੀ ਵੀ ਕਹਿੰਦਾ। ਮੈਂ ਦੁਆ ਕੀਤੀ, ਦੁਆ ਕਰਕੇ ਮੈਂ ਉਹਨੂੰ ਕਲਾਮ ਸੁਣਾਇਆ, ਕਿਉਂਕਿ ਉਹ ਵਚਨ ਦੇ ਏਡੇ ਉਹਨਾਂ ਨੂੰ ਕਲਾਮ ਦਾ ਇੰਨਾ ਕੋਈ ਉਹਨੂੰ ਨਹੀਂ ਸੀ ਤਜਰਬਾ ਉਹਨੂੰ ਉਸ ਵਕਤ। ਮੈਂ ਉਹਨੂੰ ਕਲਾਮ ਦੇ ਵਿੱਚੋਂ ਇਹ ਲਾਈਨ ਪੜ੍ਹਾਈ। ਮੈਂ ਜਿਹੜੇ ਇਹ ਗੱਲ ਪੜ੍ਹਾਈ ਉਹਨਾਂ ਨੂੰ, ਮੈਂ ਕਿਹਾ ਤੁਹਾਨੂੰ ਪਤਾ ਜੇ ਤੁਸੀਂ ਖੁਦਾ ਤੁਹਾਡੀਆਂ ਅੰਦਰ ਲਿਖਾ ਖੋਲ ਦੇ
ਤੇ ਤੁਹਾਨੂੰ ਪਤਾ ਨਹੀਂ ਤੁਹਾਡੇ ਨਾਲ ਕਿੰਨੀਆਂ ਹਜ਼ਾਰਾਂ ਫੌਜਾਂ ਤੁਹਾਡੇ ਨਾਲ ਲੱਗੀਆਂ ਹੋਈਆਂ, ਉਹ ਤੁਹਾਡੀ ਮਦਦ ਕਰਨਗੀਆਂ। ਜਿਵੇਂ ਮੈਂ ਇਹ ਗੱਲ ਕਹੀ, ਉਹਨਾਂ ਦੀ ਵਾਈਫ ਬੈਠੀ ਸੌਂਦੀ ਸੀ, ਮੈਨੂੰ ਅੱਜ ਤੱਕ ਯਾਦ ਆ, ਉਹ ਕੁਰਸੀ ਤੋਂ ਉਤਰ ਕੇ ਮੇਰੇ ਸਾਹਮਣੇ ਗੋਡੇ ਟੇਕਦੇ ਹੋਏ, ਕਹਿੰਦੇ ਆਹ ਗੱਲ ਅੱਜ ਤੱਕ ਵੀ ਕਿਸੇ ਨੇ ਸਾਨੂੰ ਨਹੀਂ ਕਹੀ, ਹਮੇਸ਼ਾ ਕਿਸੇ ਨੇ ਹੀ ਕਿਹਾ ਕਿ ਤੁਸੀਂ ਹੋਰ ਬੁੱਕ ਛਾਪ ਲੈਂਦੇ ਇਹ ਕਰਨ। ਮੈਂ ਕਿਹਾ ਘਬਰਾਉਣ ਦੀ ਲੋੜ ਨਹੀਂ, ਤੁਹਾਨੂੰ ਤੁਹਾਡੇ ਨਾਲ ਹਜ਼ਾਰਾਂ ਸਵਰਗਦੂਤ ਆ ਜੇ ਖੁਦਾ ਨੇ ਤੁਹਾਨੂੰ ਚੁਣਿਆ। ਇਸ ਗੱਲ ਨੇ ਉਹਨਾਂ ਨੂੰ ਉਤਸ਼ਾਹਿਤ ਕਰ ਦਿੱਤਾ। ਫਿਰ ਉਹਨੇ ਮੇਰੇ ਸਾਹਮਣੇ ਗੋਡੇ ਟੇਕੇ, ਉਮਰ ਤੋਂ ਬੜੇ ਸੀ, ਤੇ ਮੈਨੂੰ ਉਹਨਾਂ ਨੇ ਕਿਹਾ ਆਪਣਾ ਹੱਥ ਰੱਖੋ ਸਾਡੇ। ਮੁੰਡਾ ਬਨਾਰਸੀ ਮੇਰੇ ਨਾਲ ਸੀ ਉਦੋਂ, ਮੈਂ ਬਹੁਤ ਹਲਕੀ ਉਮਰ ਦਾ ਸੀ ਉਸ ਵਕਤ। ਮੈਂ ਉਹਨਾਂ ਦੋਨਾਂ ਤੇ ਹੱਥ ਰੱਖੇ ਤੇ ਪਰਮੇਸ਼ਰ ਨੂੰ ਜਲਾਲ ਮਿਲੇ। ਖੁਦਾਵ ਨੇ ਉਹ ਦੁਆ ਸੁਣੀ। ਕੁਝ ਸਮੇਂ ਬਾਅਦ ਉਹਨਾਂ ਅਟੈਕ ਤਾਂ ਉਹਨਾਂ ਤੋਂ ਹੋਇਆ, ਲੇਕਿਨ ਪਰਮੇਸ਼ਰ ਉਹਦਾ ਮਸਲਾ ਸੋਲਵ ਕਰ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ ਵਾਰੀ ਸਾਨੂੰ ਤਾਂ ਲੱਗਦਾ ਆ ਕਿ ਮੈਂ ਇਕੱਲਾ ਆ। ਬਾਈਬਲ ਦਾ ਖੁਦਾ ਕਹਿੰਦਾ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਕੀ ਹਾਂ ਨਾਲ। ਪਰਮੇਸ਼ਰ ਦਾ ਦਾਸ ਜਿਸ ਦਿਨਾਂ ਕਰ ਕੋਈ ਰਾਤ ਨੂੰ ਆਫਿਸ ਤੋਂ ਛੁੱਟੀ ਕੀਤੀ, ਛੁੱਟੀ ਕਰਕੇ ਕਿਸੇ ਪਿੰਡ 'ਚ ਬੰਦਗੀ ਕੀਤੀ। ਬੰਦਗੀ ਤੋਂ ਬਾਅਦ ਇੱਕ ਬੱਸ ਸੀ, ਉਹ ਲਾਸਟ ਬੱਸ ਸੀ, ਉਹ ਵੀ ਛੁੱਟਦੀ ਜਾ ਰਹੀ ਸੀ, ਉਹ ਚੜ੍ਹ ਗਏ। ਬੱਸ 'ਚ ਸਵਾਰੀਆਂ ਵੀ ਥੋੜੀਆਂ ਸੀ। ਤੁਹਾਨੂੰ ਪਤਾ ਉਹਨੂੰ ਕਿੰਨੀ ਪ੍ਰੋਬਲਮ ਆਈ। ਰਸਤੇ ਵਿੱਚ ਜਿਲੇ ਉਹ ਬਹੁਤ ਅੰਧੇਰਾ ਸੀ, ਜੰਗਲ ਟਾਈਪ ਸੀ, ਚੋਂ ਗੁਜ਼ਰ ਕੇ ਉਹਨਾਂ ਨੂੰ ਅੰਧੇਰੇ 'ਚੋਂ ਜਾਣਾ ਪਿਆ। ਸੜਕ ਬਣਦੀ ਪਈ ਸੀ, ਬਜਰੀ ਉੱਤੇ ਡਿੱਗੀ ਪਈ ਸੜਕ ਉੱਤੇ। ਉਹ ਡਰ ਤੇ ਭੈ ਨੇ ਉਹਨਾਂ ਨੂੰ ਕਹਿੰਦੇ ਮੈਨੂੰ ਜਕ ਲਿਆ ਰਾਤ, ਇੰਨਾ ਡਰ ਪਿਆ ਸੀ। ਕੋਈ ਲਾਈਟ ਨਹੀਂ ਸੀ, ਕੋਈ ਕੁਛ ਨਹੀਂ। ਮੈਂ ਜਾ ਰਿਹਾ ਸੀ, ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੇ ਤੋਂ ਪਹਿਲਾਂ ਕੋਈ ਬੱਸ 'ਚ ਉਤਰਿਆ ਜਿੱਚੋਂ ਮੈਂ ਸੀ, ਉਹਦੇ ਪਿੱਛੇ ਮੈਂ ਉਤਰ ਗਿਆ। ਤੇ ਕਹਿੰਦੇ ਮੈਂ ਉਹਨੂੰ ਉਹਦੇ ਪਿੱਛੇ ਤੁਰਿਆ ਜਾ ਰਿਹਾ। ਮੈਂ ਕਿਹਾ ਵੀ ਰੁਕੇ ਤਾਂ ਸਹੀ, ਪਰ ਉਹ ਇੰਨੀ ਮੇਰੇ ਤੋਂ ਅੱਗੇ ਫਾਸਟ ਹੁੰਦਾ ਜਾ ਰਿਹਾ ਸੀ। ਮੇਰੇ ਅੰਦਰ ਭੈ ਤੇ ਡਰ ਬਹੁਤ ਜ਼ਿਆਦਾ ਸੀ। ਕਹਿੰਦੇ ਇੱਕ ਤੇਜ਼ੀ ਨਾਲ ਚੱਲਦੇ ਇੱਕ ਬਜਰੀ ਦੇ ਢੇਰ ਤੇ ਉਹ ਮੂੰਹ ਪਰਨੇ ਡਿੱਗ ਵੀ ਗਏ ਭੈ ਦੇ ਕਰਕੇ। ਤੇ ਜਿੱਲੇ ਉਹਨਾਂ ਦਾ ਘਰ ਲਾਗੇ ਆ ਗਿਆ, ਥੋੜਾ ਵਿਅਕਤੀ ਨਜ਼ਰ ਆ ਰਿਹਾ ਸੀ, ਉਹ ਗਾਇਬ ਹੋ ਗਿਆ। ਰਾਤ ਨੂੰ ਉਹ 12, 12:30, 1 ਵਜੇ ਪਹੁੰਚੇ ਆਪਣੇ ਘਰ। ਤੇ ਸਟੈਲਾ ਨੇ ਦਰਵਾਜ਼ਾ ਖੋਲ੍ਹਿਆ, ਉਹਨਾਂ ਦੀ ਵਾਈਫ ਨੇ। ਉਹਨਾਂ ਦੇ ਚਿਹਰੇ ਨੂੰ ਦੇਖਿਆ ਤੇ ਚਿਹਰੇ ਵਿੱਚੋਂ ਜਿਵੇਂ ਕਿਰਨਾਂ ਨਿਕਲਦੀਆਂ ਹੁੰਦੀਆਂ ਦਾ ਰਹੀਆਂ ਸੀ। ਉਹ ਕਹਿੰਦੇ ਕਿੱਥੋਂ ਆਏ ਹੋ? ਇਹ ਜੇ ਇੰਨਾ ਲੇਟ ਹੋ, ਕਹਿੰਦਾ ਦਾ ਬਾਤ ਤਾਂ ਮੈਂ ਲੇਟ ਹੋ ਗਿਆ। ਇੱਦਾਂ ਦਾ ਕਰਕੇ ਇੱਕ ਵਿਅਕਤੀ ਮੇਰੇ ਅੱਗੇ ਚੱਲ ਰਿਹਾ ਸੀ, ਪਰ ਖੁਦਾ ਨੇ ਇਹਨੂੰ ਕਿਹਾ ਮੈਂ ਤੇਰੇ ਲਈ ਆਪਣਾ ਸਵਰਗਦੂਤ ਭੇਜਿਆ ਸੀ, ਤੇਰੇ ਰਸਤੇ ਨੂੰ ਮੁਬਾਰਕ ਕਰੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਖਰੇ ਹੋ ਪ੍ਰਭੂ ਦੇ ਵਿੱਚ, ਤੁਹਾਨੂੰ ਇੱਦਾਂ ਕਰੀਏ ਲੱਗਦਾ ਕਿ ਮੈਂ ਇਕੱਲਾ ਰਹਿ ਗਿਆ। ਬਾਈਬਲ ਦਾ ਖੁਦਾ ਆਪਣੇ ਦੂਤ ਨੂੰ ਭੇਜੇਗਾ ਤੇਰੀ ਮਦਦ ਕਰਨ ਵਾਸਤੇ। ਇਹ ਗੱਲ ਮੈਂ ਅਲੀਸ਼ਾ ਦੇ ਬਾਰੇ ਹਰਭਜਨ ਸਿੰਘ ਜੀ ਨੂੰ ਪੜ੍ਹਾਈ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਉਹ ਕਲਾਮ ਆ ਡਿੱਗੇ ਹੋਏ ਨੂੰ ਵੀ ਖੜਾ ਕਰਦਾ ਹੈ। ਬਾਈਬਲ ਕਹਿੰਦੀ ਕਮਜ਼ੋਰ ਲਈ, ਨਿਰਬਲ ਲਈ ਉਹ ਸ਼ਕਤੀਵਾਨ ਬਣ ਜਾਂਦਾ ਉਹਦਾ ਕਲਾਮ। ਇਹ ਤੇਰੇ ਮਾਰਗਾਂ ਤੈਨੂੰ ਮਾਰਗ ਦੇਗਾ, ਤੇਰੇ ਰਸਤੇ ਨੂੰ ਮੁਬਾਰਕ ਕਰੇਗਾ। ਇਸੇ ਕਰਕੇ ਅਸੀਂ ਲੋਕਾਂ ਨੂੰ ਜ਼ਿਆਦਾ ਜ਼ੋਰ ਦਿੰਦੇ ਹਾਂ, ਬਾਈਬਲ ਪੜ੍ਹਿਆ ਕਰੋ, ਬਾਈਬਲ ਪੜ੍ਹਿਆ ਕਰੋ, ਬਾਈਬਲ ਪੜ੍ਹਿਆ ਕਰੋ। ਇਨਸਾਨ ਦਾ ਧਿਆਨ ਨਹੀਂ ਜਾਂਦਾ ਇੱਥੇ। ਤੁਹਾਨੂੰ ਮੈਂ ਇਹ ਤੇਰੇ ਮਾਰਗ ਨੂੰ, ਤੈਨੂੰ ਜ਼ਿੰਦਗੀ ਦੇ ਰਾਹ ਤੈਨੂੰ ਇਹ ਦਿਖਾਏਗਾ ਕਿ ਕੀ ਕਰਨਾ ਤੂੰ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਇਹ ਗੱਲਾਂ ਸਿਖਾਈਆਂ। ਇਹਨਾਂ ਦੇ ਕੰਨ, ਇਹਨਾਂ ਦੀਆਂ ਅੱਖਾਂ, ਹਾਂਜੀ, ਇਹਨਾਂ ਦੇ ਦਿਲ, ਇਹ ਮੋਟੇ ਹੋ ਚੁੱਕੇ ਨੇ। ਇਹ ਸੁਣਦੇ ਹਨ ਪਰ ਸਮਝਦੇ ਨਹੀਂ ਹਨ, ਦੇਖਦੇ ਹਨ ਪਰ ਅਣਦੇਖਿਆ ਵਰਗੇ ਗੱਲਾਂ ਕਰਦੇ ਹਨ। ਇਹਨਾਂ ਨਾਲ ਬੈਠੋਗੇ ਤੁਹਾਡਾ ਵਿਸ਼ਵਾਸ ਕਮਜ਼ੋਰ ਹੋ ਜਾਊਗਾ। ਦੁਆਲੇ ਨਾਲ ਬੈਠੋਗੇ, ਵਚਨ ਨਾਲ ਬੈਠੋਗੇ, ਜਦੋਂ ਤੁਹਾਡਾ ਵਚਨ ਦੀ ਗੱਲ ਕਰਦਾ, ਉਹਦੇ ਨਾਲ ਤੇਰਾ ਆਤਮਾ ਜਿਹੜਾ ਆ ਉਹ ਕਮਜ਼ੋਰ ਆਤਮਾ ਵੀ ਤੇਰਾ ਫਲ ਫੁੱਲ ਤੋਂ ਤਗੜਾ ਹੋ ਜਾਏਗਾ। ਇਹ ਹੁਣ ਦੇਖਣਾ ਤੁਸੀਂ ਕਿੰਨਾ ਬੰਨੇ ਹੋ, ਜਾ ਸਮਾਂ ਕਿੰਨਾ ਗੁਜ਼ਾਰਦੇ ਹੋ, ਉਹੀ ਤੇਰੇ ਤੇ ਸਿਸਟਮ ਆਏਗਾ। ਤੁਸੀਂ ਦੇਖ ਲਓ, ਫੋਨ ਦੇ ਉੱਤੇ ਦੇਖ ਲਓ, ਟੀਵੀ ਤੇ ਦੇਖ ਲਓ, ਜਿਹੜੀ ਚੀਜ਼ ਤੁਸੀਂ ਜ਼ਿਆਦਾ ਦੇਖੋਗੇ ਨਾ, ਉਹਦਾ ਅਸਰ ਤੇਰੇ ਤੇ ਹੋਣਾ ਸ਼ੁਰੂ ਹੋ ਜਾਣਾ। ਤੁਸੀਂ ਜ਼ਿਆਦਾ ਕੱਪੜਿਆਂ ਨੂੰ ਦੇਖੋਗੇ ਨਾ, ਕੱਪੜਿਆਂ ਦੀ ਵੈਰਾਈਟੀ ਦੇਖਦੇ ਰਹੋਗੇ, ਰੋਜ਼ ਦੇਖੋ, ਉਹ ਤੁਹਾਡੇ ਮਨ 'ਚ ਉਤਪਤੀ ਹੋ ਜਾਣੀ। ਆਹ ਸੂਟ, ਉਹ ਸੂਟ, ਇਹ ਸੂਟ, ਉਹ ਸੂਟ, ਉਹ ਤੇਰੇ ਮਨ 'ਚ ਆ ਜਾਣਾ। ਮੇਰਾ ਵੀ ਦਿਲ ਕਰਦਾ ਆ, ਮੈਂ ਵੀ ਇੱਦਾਂ ਦਾ ਲੈਣਾ ਚਾਹੁੰਦਾ। ਉਹ ਤੇਰੇ ਅੰਦਰੋਂ ਚੀਜ਼ ਆਣੀ। ਜਿੰਨਾ ਤੁਸੀਂ ਮਤਲਬ ਕਿ ਇਹਨਾਂ ਗੱਲਾਂ ਨੂੰ ਦੇਖਦੇ ਹਾਂ, ਖੁਦਾ ਦੀਆਂ ਗੱਲਾਂ ਨੂੰ ਦੇਖਦੇ, ਉਹੀ ਗੱਲਾਂ ਤੇਰੇ 'ਚ ਆ ਜਾਣੀਆਂ। ਜੋ ਕੁਛ ਅਸੀਂ ਦੇਖਦੇ ਹਾਂ
ਸੁਣਦੇ ਹਾਂ, ਪੜ੍ਹਦੇ ਹਾਂ, ਉਹ ਜ਼ਿਆਦਾ ਤੇਰੇ 'ਚ ਆਉਣਾ। ਜਿੰਨਾ ਜ਼ਿਆਦਾ ਤੇਰਾ ਸਮਾਂ ਗੁਜ਼ਰਦਾ ਉਹ ਚੀਜ਼ਾਂ ਤੇਰੇ 'ਚ ਪ੍ਰਵੇਸ਼ ਕਰਦੀਆਂ ਜਾਣੀਆਂ। ਸੰਸਾਰ 'ਚ ਰਹਿੰਦੇ ਆ, ਸੰਸਾਰ ਦੀਆਂ 'ਚ ਪ੍ਰਵੇਸ਼ ਕਰਨੀਆਂ। ਪਵਿੱਤਰ ਆਤਮਾ 'ਚ ਰਹਿੰਦੇ ਆ ਤੇ ਪਵਿੱਤਰ ਆਤਮਾ ਦੀਆਂ ਗੱਲਾਂ ਸਾਡੇ 'ਚ ਕੀ ਕਰਨੀਆਂ? ਪ੍ਰਵੇਸ਼ ਕਰ। ਮੇਰੇ ਭੈਣ ਭਰਾਓ, ਇਹਨੇ ਕੀ ਕਿਹਾ? ਇਹ ਇੱਥੇ ਆਰਾਮ ਦੇ ਰਾਜਾ ਦੇ ਨੇ ਇਹਨਾਂ ਤੇ ਚੜਾਈ ਕੀਤੀ ਆ। ਕਹਿੰਦੇ ਇਹਨੂੰ ਫੜ ਕੇ ਲਿਆਓ। ਇਸ ਬੰਦੇ ਨੂੰ ਕੌਣ ਮੇਰੀਆਂ ਗੱਲਾਂ ਦੱਸ ਦਿੰਦਾ ਹੈ? ਕੌਣ? ਇਹ ਉਹ ਨਬੀ ਆ ਜਿਹੜਾ ਕਮਰੇ 'ਚ ਬਹਿ ਕੇ ਪੁੱਛ ਸਕਦਾ ਖੁਦਾ ਨੂੰ ਕਿ ਮੈਂ ਖੁਦਾ ਨੂੰ ਕੀ ਜਵਾਬ ਦੇਣਾ। ਖੁਦਾ ਨੇ ਨਾਲ ਗੱਲ ਕੀਤੀ ਤੇ ਖੁਦਾ ਨੇ ਕੀ ਕਿਹਾ ਉਹਨੂੰ? ਪੜ੍ਹੀਏ ਕੀ ਕਿਹਾ ਉਹਨੂੰ, ਉਹਦੇ ਚੇਲੇ ਨੂੰ। ਉਸਨੇ ਆਖਿਆ, ਉਹਨੇ ਆਖਿਆ, ਨਾ ਡਰ, ਨਾ ਡਰ, ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦਿਆਂ ਨਾਲੋਂ ਬਾਲੇ ਹਨ। ਇਹ ਦੌੜ ਕੇ ਅੰਦਰ ਗਿਆ, ਕਹਿੰਦਾ ਕਿ ਬਾਹਰ ਤਾਂ ਬਹੁਤ ਫੌਜ ਨੇ ਸਾਨੂੰ ਘੇਰਾ ਪਾ ਲਿਆ ਸਵਾਮੀ। ਕਹਿੰਦਾ ਡਰਨ ਦੀ ਲੋੜ ਨਹੀਂ, ਇਹਨਾਂ ਨਾਲੋਂ ਸਾਡੇ ਨਾਲ ਦੇ ਕੀ ਆ? ਬਹੁਤੇ ਹਨ, ਜ਼ਿਆਦਾ ਹੈ। ਔਰ ਫਿਰ ਤਦ ਅਲੀਸ਼ਾ ਨੇ ਬੇਨਤੀ ਕੀਤੀ ਅਲੀਸ਼ਾ ਨੇ ਬੇਨਤੀ ਕੀਤੀ ਅਤੇ ਆਖਿਆ, ਹੇ ਯਹੋਵਾ, ਇਹ ਪਰਮੇਸ਼ਵਰ, ਤੂੰ ਉਹਦੀਆਂ ਅੱਖਾਂ ਖੋਲ, ਇਹਦੀਆਂ ਅੱਖਾਂ ਖੋਲ, ਤੇ ਉਹ ਵੇਖੇ। ਇਹ ਵੇਖੇ। ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ। ਪਰਮੇਸ਼ਵਰ ਨੇ ਉਸ ਜਵਾਨ ਦੀਆਂ ਅੱਖਾਂ ਖੋਲੀਆਂ ਅਤੇ ਉਸਨੇ ਨਿਗਾਹ ਕਰਕੇ ਵੇਖਿਆ। ਉਹਨੇ ਫਿਰ ਨਿਗਾਹ ਖੋਲ ਕੇ ਦੇਖਿਆ ਭਈ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ। ਉਹਨੇ ਕਿਹਾ, ਦੁਆ ਕੀਤੀ ਕਿ ਇਹਦੇ ਮੇਰੇ ਜਿਹੜਾ ਇਹ ਬੰਦਾ ਹੈ ਇਹਦੀ ਅੱਖਾਂ ਖੋਲ। ਜਿਹੜੇ ਉਹਦੀ ਅੱਖਾਂ ਪਰਮੇਸ਼ਰ ਨੇ ਖੋਲੀਆਂ, ਉਹਨੇ ਦੇਖਿਆ ਅਗਨ ਘੋੜੇ ਪਹਾੜਾਂ ਦੇ ਮੱਧ ਤਿੱਦਾਂ ਅਲੀਸ਼ਾ ਨੂੰ ਘੇਰਿਆ ਹੋਇਆ। ਤੇ ਫਿਰ ਉਹਨੇ ਕੀ ਕਿਹਾ? ਜਦੋਂ ਅਲੀਸ਼ਾ ਦੀ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ। ਪਰਮੇਸ਼ਰ ਦੇ ਦਾਸ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਇੱਕਦਮ ਅੰਨੀ ਕਰ ਦੇ। ਇਹ ਕਿੰਨੀ ਵੱਡੀ ਗੱਲ ਆ ਕਿ ਪ੍ਰਭੂ ਦਾ ਦਾਸ ਇਹ ਕਵੇ ਕਿ ਇਹਨਾਂ ਦੀ ਅੱਖਾਂ ਦੀ ਕੀ ਚੱਲ ਜਾਵੇ? ਲਾਈਟ। ਇੱਕ ਦਾ ਹੋਇਆ ਸਿਸਟਰ ਐਲਿਸ ਦੇ ਸਮੇਂ ਤੇ ਵੀ ਹੋਇਆ। ਇੱਕ ਗੋਰੀ ਸੀ, ਉਹ ਆਪਣੇ ਪੰਜਾਬ 'ਚ ਉਹਨੇ ਬਹੁਤ ਪ੍ਰਚਾਰ ਕੀਤਾ। ਸਿਸਟਰ ਐਲਿਸ ਨੇ, ਉਹਨੇ ਮੈਰਿਜ ਨਹੀਂ ਕੀਤੀ ਔਰ ਪਰਮੇਸ਼ਰ ਨੇ ਉਹਨੂੰ ਬਹੁਤ ਇਸਤੇਮਾਲ ਕੀਤਾ। ਉਹਨਾਂ ਦੇ ਅੰਦਰ ਇੱਕ ਖਾਸ ਗਿਫਟ ਸੀ ਪਰਮੇਸ਼ਰ ਦਾ, ਪ੍ਰੇਰਿਤਾਂ ਦੀ ਸੇਵਕਾਈ ਸੀ। ਉਹ ਜਿੱਥੇ ਹੱਥ ਰੱਖਦੀ ਸੀ ਉਹ ਮੈਡਮ, ਉਹੀ ਪੁੱਤਰ ਆਤਮਾ ਨਾਲ ਭਰ ਜਾਂਦਾ ਸੀ। ਚਾਹੇ ਉਹ ਵਿਸ਼ਵਾਸ 'ਚ ਖਰਾ ਹੈਗਾ ਨਹੀਂ ਹੈਗਾ, ਪਰ ਪਰਮੇਸ਼ਰ ਦਾ ਇੱਕ ਇਦਾਂ ਦਾ ਸਿਸਟਮ ਸੀ ਉਹਦੇ ਅੰਦਰ, ਜਿੱਧਰ ਵੀ ਉਹਦਾ ਹੱਥ ਚਲਾ ਗਿਆ ਉਹ ਪੁੱਤਰ ਆਤਮਾ ਨਾਲ ਭਰ ਜਾਂਦਾ ਸੀ। ਇਹ ਮੇਰੀਆਂ ਅੱਖਾਂ ਨੇ ਵੇਖਿਆ। ਇੱਕ ਵਾਰੀ ਉਹਨੂੰ ਵੀ ਕਿਸੇ ਨੇ ਘੇਰ ਲਿਆ, ਡਾਕੂਆਂ ਨੇ। ਚੰਬਲ ਵੱਲ ਕਿਤੇ ਪ੍ਰਚਾਰ ਕਰਨ ਗਈ, ਉੱਥੇ ਉਹਨੂੰ ਫੜ ਲਿਆ। ਉਹਨੇ ਇੱਕ ਛੋਟੀ ਜਿਹੀ ਅਰਦਾਸ ਕੀਤੀ, ਪ੍ਰਭੂ ਉਸ ਸਮੇਂ ਤੇਰੇ ਦਾਸ ਅਲੀਸ਼ਾ ਨੇ ਪ੍ਰਾਰਥਨਾ ਕੀਤੀ, ਅੱਜ ਤੇਰੀ ਬੇਟੀ ਪ੍ਰਾਰਥਨਾ ਕਰਦੀ, ਮੈਨੂੰ ਇਹਨਾਂ ਤੋਂ ਬਚਾ। ਕਿ ਅੱਜ ਤੂੰ ਉਦਾਂ ਹੀ ਕਰੇਂਗਾ ਜਿਵੇਂ ਅਲੀਸ਼ਾ ਸਮੇਂ ਤੇ ਕੀਤਾ? ਜਿੰਨੇ ਉਹ ਘੋੜਿਆਂ ਤੇ ਬੰਦੂਕ ਧਾਰੀ ਡਾਕੂ ਸੀ, ਸਭਦਿਆਂ ਦੀ ਅੱਖਾਂ ਦੀ ਲੜ ਚਲੀ ਗਈ। ਲੜ ਚਲੀ ਗਈ ਉਹਨਾਂ ਦੀ। ਉਹ ਸਿਸਟਰ ਐਲਿਸ ਦੇ ਪੈਰਾਂ 'ਚ ਡਿੱਗ ਗਏ, ਉਤਰ ਕੇ। ਉਹਨਾਂ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਸੌਂਪਤਾ, ਮਾਫੀ ਮੰਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡਾ ਖੁਦਾ ਜਿਹਨੇ ਇਹ ਵਾਅਦਾ ਕੀਤਾ ਕਿ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਕੀ ਹਾਂ। ਬੋਲੋ, ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਕੀ ਹਾਂ। ਪਰ ਸਾਨੂੰ ਕਈ ਵਾਰੀ ਇੱਦਾਂ ਲੱਗਦਾ, ਯਾਰ ਇੰਨੀਆਂ ਮੁਸ਼ਕਲਾਂ ਆ, ਇੰਨੀਆਂ ਪ੍ਰੋਬਲਮਾਂ ਕਿੱਦਾਂ ਸੋਲਵ ਹੋਣਗੀਆਂ? ਜੇ ਤੂੰ ਇਹ ਕਹੇਗਾ, ਮੈਨੂੰ ਪਤਾ ਪ੍ਰਭੂ ਤੂੰ ਹਰ ਇੱਕ ਚੀਜ਼ ਦਾ ਸਮਾਂ ਰੱਖਿਆ ਹੋਇਆ। ਹਾਂਜੀ, ਬਾਈਬਲ ਕਹਿੰਦੀ ਨਾ ਹਰ ਇੱਕ ਦੇ ਇੱਕ ਸਮਾਂ ਆ। ਜੀਉਣ ਦਾ ਸਮਾਂ, ਮਰਨ ਦਾ ਸਮਾਂ, ਪੈਦਾ ਹੋਣ ਦਾ ਸਮਾਂ, ਸਾਰੇ ਸਮੇਂ ਤੈਅ ਕੀਤੇ। ਮੈਨੂੰ ਪਤਾ ਤੂੰ ਮੈਨੂੰ ਇੱਕ ਦਿਨ ਜ਼ਰੂਰ ਰਿਹਾਈ ਦੇਂਗਾ ਇਸ ਗੱਲ ਤੋਂ। ਪਰ ਕਿਹਨਾਂ ਨੂੰ? ਜਿਨ੍ਹਾਂ ਦੇ ਮਨ ਮੋਟੇ, ਉਹਨਾਂ ਨੂੰ ਨਹੀਂ। ਜਿਨ੍ਹਾਂ ਦੀਆਂ ਅੱਖਾਂ ਨਹੀਂ, ਉਹਨਾਂ ਨੂੰ ਨਹੀਂ। ਉਹਨਾਂ ਨੂੰ ਜਿਨ੍ਹਾਂ ਦੀਆਂ ਅੱਖਾਂ ਉਹਦੀਆਂ ਅੰਦਰਲੀਆਂ ਖੁੱਲ ਗਈਆਂ, ਉਹਦੇ ਕੰਮਾਂ ਨੂੰ ਦੇਖ ਕੇ ਉਹਦੀ ਕੀ ਕਰਦੇ ਹਨ? ਤਾਰੀਫ ਕਰਦੇ ਹਨ, ਉਹਦੇ ਕਲਾਮ ਨੂੰ ਸੁਣਦੇ ਤੇ ਆਪਣੇ ਅੰਦਰ ਵਸਾ ਕੇ ਉਹਨੂੰ ਪੂਰਾ ਕਰਨ ਲਈ ਵਿਲੰਬ ਕਰਦੇ ਰਹਿੰਦੇ ਹਨ ਕਿ ਮੈਂ ਇਹਨੂੰ ਪੂਰਾ ਕਰਨ ਤੇ ਕਦੋਂ ਮੈਂ ਜਲਦੀ ਕਰਾਂ, ਪੂਰਾ ਕਰ ਦੇਵਾਂ। ਪੂਰਾ ਕਰਕੇ ਤੇ ਉਹਦੇ ਵਾਅਦੇ ਨੂੰ ਕੀ ਕਰ ਲਵਾਂ? ਪ੍ਰਾਪਤ ਕਰ। ਇਹ ਬਾਈਬਲ ਦੀ ਗੱਲ ਆ। ਇਸ ਕਰਕੇ ਮੈਂ ਤੁਹਾਨੂੰ ਤਜਰਬੇ ਦੀਆਂ ਗੱਲਾਂ ਦੱਸ ਰਿਹਾ। ਇੱਦਾਂ ਅੱਖਾਂ ਦੀ ਲਾਈਟ ਚਲੀ ਗਈ। ਸਿਸਟਰ ਐਲਿਸ ਨੇ ਜਦ ਦੁਆ ਕੀਤੀ ਤੇ ਫਿਰ ਅੱਖਾਂ ਦੀ ਲਾਈਟ ਵਾਪਸ ਆ ਗਈ। ਮੈਂ ਤੁਹਾਨੂੰ ਪ੍ਰਭੂ ਦੇ ਵਿੱਚ ਦੱਸ ਰਿਹਾ ਹਾਂ ਕਿ ਸਾਡਾ ਖੁਦਾ ਜਿਹੜਾ ਆ, ਉਹ ਹਮੇਸ਼ਾ ਚਿੰਨ੍ਹਾਂ ਤੇ ਪ੍ਰਮਾਣਾਂ ਨੂੰ ਦੇ ਕੇ ਸਾਬਤ ਕਰਦਾ ਕਿ ਮੈਂ
ਦੁਨੀਆ ਦੇ ਅੰਤ ਤੋਂ ਤੁਹਾਡੇ ਕੀ ਆ ਨਾਲ। ਇਸ ਕਰਕੇ ਇਹ ਗੱਲ ਜਿਹੜੀ ਜੇ ਖੁਦਾ ਨੇ ਮੌਜੇ ਕੀਤੇ, ਚਮਤਕਾਰ ਕੀਤੇ, ਤੇ ਖੁਦਾ ਨੇ ਉਸ ਵਿਅਕਤੀ ਨੂੰ ਬਾਹਰ ਲਿਜਾ ਕੇ ਹੀਲ ਕੀਤਾ, ਕਿਉਂਕਿ ਉਹ ਜਿਹੜਾ ਦੇਸ਼ ਜਿੱਥੇ ਉਹ ਬਹਿਸ ਦਾ ਵਾਦਾ ਸੀ, ਇਹਦਾ ਲੱਗਦਾ ਹੈ ਉਸ ਦੇਸ਼ 'ਚ ਕੋਈ ਉਹਦੇ ਰਹਿਣਾ ਗੜਬੜ ਸੀ ਬਹਿਸ ਦਾ ਵਿੱਚ, ਜਾਂ ਤਾਂ ਉੱਥੇ ਦੇ ਲੋਕ ਚੰਗੇ ਨਹੀਂ ਸੀ, ਜਾਂ ਫਿਰ ਇਹ ਵਿਅਕਤੀ ਉੱਥੇ ਰਹਿ ਕੇ ਫਿਰ ਪਾਪ ਕਰੇਗਾ ਤੇ ਇਹਦੀਆਂ ਅੱਖਾਂ ਦੀ ਲਾਈਟ ਜਿਹੜੀ ਫਿਰ ਵਾਪਸ ਕੀ ਆ ਚਲੀ ਜਾਏਗੀ। ਖੁਦਾ ਨੂੰ ਬਾਹਰ ਕੱਢ ਲਿਆ ਉੱਥੋਂ। ਅੱਜ ਵੀ ਜਿਹੜਾ ਪਰਮੇਸ਼ਰ ਆ ਕਿਸੇ ਨੂੰ ਚੰਗਾ ਕਰਦਾ, ਉਹ ਕੀ ਕਰਦਾ ਆ, ਉਹਦੀ ਪੁਰਾਣੀ ਜ਼ਿੰਦਗੀ ਤੋਂ, ਉਹਨਾਂ ਕੰਮਾਂ ਤੋਂ ਉਹਨੂੰ ਕੀ ਕੱਢ ਕੇ ਕੀ ਲੈਂਦਾ ਹੈ, ਬਾਹਰ ਲੈ ਕੇ ਆਉਂਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਾਈਬਲ ਇਹੀ ਕਹਿੰਦੀ ਆ। ਦੂਸਰੀ ਜਿਹੜੇ ਇਹਦੀ ਆਇਤ ਦੇਖਦੇ ਆ, ਤੁਹਾਨੂੰ ਪਤਾ ਯਿਸੂ ਮਸੀਹ ਨੇ ਇੱਕ ਹੋਰ ਗੱਲ ਕੀਤੀ। ਜਿਹੜੇ ਤੁਸੀਂ ਯੋਹਨਾ ਦੀ 5 ਚੈਪਟਰ ਪੜ੍ਹਦੇ, ਉੱਥੇ ਇੱਕ ਲਾਈਨ ਪੜਾਂਗੇ, ਉੱਥੇ ਕੀ ਲਿਖਿਆ ਹੈ? ਯੋਹਨਾ ਦੀ ਇੰਜੀਲ 5 ਚੈਪਟਰ ਉਹਦੀ ਪਹਿਲੀ ਆਇਤ ਕੀ ਲਿਖਿਆ? ਯਿਸੂ ਮਸੀਹ ਨੇ ਇਸ ਵਿਅਕਤੀ ਨੂੰ ਚੋਂ ਬਾਹਰ ਕੱਢਿਆ ਤਾਂ ਕਿ ਮੁੜ ਕੇ ਉੱਥੇ ਨਾ ਜਾਏ ਹੈ। ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਔਰ ਅਤੇ ਯਿਸੂ ਯਰੂਸ਼ਲਮ ਨੂੰ ਗਿਆ। ਹਾਂ, ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤ-ਜਥਾ ਕਰਕੇ ਸਦਾਉਂਦਾ ਹੈ। ਇਹ ਬੇਸਦਾ ਕਰਕੇ ਕਹਾ ਰਿਹਾ। ਔਰ ਜਿਹਦੇ 5 ਦਲਾਨ ਹਨ, ਜਿਹਦੇ 5 ਦਲਾਨ ਹਨ, ਉਹਨਾਂ ਵਿੱਚ ਰੋਗੀ, ਉਹਨਾਂ 'ਚ ਬਿਮਾਰ, ਅੰਨੇ, ਲੰਗੇ, ਲੰਗੜੇ ਅਤੇ ਲੂਲੇ ਬਹੁਤ ਸਾਰੇ ਪਏ ਸਨ। ਔਰ ਉੱਥੇ ਇੱਕ ਮਨੁੱਖ ਸੀ, ਉੱਥੇ ਇੱਕ ਵਿਅਕਤੀ ਸੀ ਜੋ 38 ਵਰਿਆਂ ਤੋਂ 38 ਸਾਲ ਤੋਂ ਪਿਆ ਹੋਇਆ, ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਆਪਣੀ ਬਿਮਾਰੀ ਨੇ ਤੜਫ ਰਿਹਾ। ਯਿਸੂ ਨੇ ਉਹਨੂੰ ਪਿਆ ਹੋਇਆ ਵੇਖ ਯਿਸੂ ਕੇ ਮਸੀਹ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਇਹਨੂੰ ਬਹੁਤ ਸਮਾਂ ਹੋ ਗਿਆ, ਉਹਨੂੰ ਆਖਿਆ ਕਿ ਕਿ ਤੂੰ ਚੰਗਾ ਹੋਣਾ ਕਿ ਚਾਹੁੰਦਾ ਤੂੰ ਹੈ। ਚੰਗਾ ਹੋਣਾ ਚਾਹੁੰਦਾ। ਉਸ ਰੋਗੀ ਨੇ ਉਹਨੂੰ ਉੱਤਰ ਉਸ ਦਿੱਤਾ, ਰੋਗੀ ਨੇ ਉਹਨੂੰ ਕੀ ਕਿਹਾ? ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਪ੍ਰਭੂ ਜੀ, ਹੈ ਮੇਰਾ ਕੋਈ ਨਹੀਂ ਕਿ ਜਾਂ ਪਾਣੀ ਹਿਲਾਇਆ ਜਾਵੇ, ਜਦੇ ਪਾਣੀ ਹਿਲਾਇਆ ਜਾਏ, ਮੈਨੂੰ ਤਾਲ ਵਿੱਚ ਉਤਾਰੇ, ਮੈਨੂੰ ਕੁਝ ਉਹਦੇ ਚ ਉਤਾਰ ਦੇ। ਪਰ ਜਦੋਂ ਮੈਂ ਆਪ ਜਾਂਦਾ ਹਾਂ, ਜਦੋਂ ਮੈਂ ਆਪ ਜਾਣਾ ਹਾਂ, ਕੋਈ ਹੋਰ ਮੈਥੋਂ ਅੱਗੇ ਉੱਤਰ ਮੇਰੇ ਤੋਂ ਪੈਂਦਾ ਹੈ। ਪਹਿਲਾਂ ਕੋਈ ਹੋਰ ਚਲਾ ਜਾਂਦਾ ਹੈ, ਕੋਈ ਹੋਰ ਚਲਾ ਜਾਂਦਾ। ਮੇਰੇ ਭੈਣ ਭਰਾਓ, ਹੁਣ ਪਾਣੀ ਨਹੀਂ ਹਿਲਦਾ। ਹੁਣ ਖੁਦਾ ਦਾ ਕਲਾਮ ਜਿਹੜਾ ਬਾਈਬਲ 'ਚ ਲਿਖਿਆ, ਪਾਣੀ ਦੀ ਇਮਾਨਤ, ਇਹਨੂੰ ਪਾਣੀ ਵੀ ਕਿਹਾ ਗਿਆ, ਇਹਨੂੰ ਬੋਲਿਆ ਜਾਂਦਾ, ਹਿਲਦਾ। ਕਈ ਵਾਰੀ ਮੈਂ ਦੇਖਿਆ, ਮੈਂ ਦਾ ਪ੍ਰਚਾਰ ਕੀਤਾ, ਇਹਨੂੰ ਸੁਣ ਕੇ ਲੋਕ ਚੰਗੇ ਹੋ ਗਏ। ਮੈਨੂੰ ਸੁਣ ਕੇ ਨਹੀਂ, ਵਚਨ ਸੁਣ ਕੇ ਲੋਕ ਚੰਗੇ ਹੋ ਗਏ। ਜਿਹੜੀ ਸਹੀ ਹੀਲਿੰਗ ਆ, ਸਹੀ ਖੁਦਾ ਨੇ ਛੂਇਆ, ਕੋਈ ਹੋਰ ਉਤਰਦਾ। ਤੁਹਾਨੂੰ ਪਤਾ ਇਹਨੂੰ ਯਿਸੂ ਮਸੀਹ ਨੇ ਕੀ ਕਿਹਾ? ਪੜ੍ਹੀਏ। ਯਿਸੂ ਨੇ ਉਹਨੂੰ ਆਖਿਆ, ਪ੍ਰਭੂ ਯਿਸੂ ਮਸੀਹ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਓ। ਆਪਣੀ ਮੰਜੀ ਚੁੱਕ ਕੇ ਕੀ ਹੋ ਜਾ? ਤੁਰ ਪੈ। ਅਤੇ ਉਵੇਂ ਉਹ ਮਨੁੱਖ ਚੰਗਾ ਹੋ ਗਿਆ, ਤਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਉਹ ਸਬਤ ਦਾ ਦਿਨ ਸੀ। ਇੱਕ ਬੜੀ ਪ੍ਰੋਬਲਮ ਸੀ, ਉਹ ਸਬਤ ਦਾ ਦਿਨ ਸੀ। ਜਿਵੇਂ ਤੁਹਾਡੇ ਔਰ ਸਾਡੇ ਘਰਾਂ 'ਚ, ਆਪਣੇ ਪੰਜਾਬ 'ਚ ਤਾਂ ਕਾਫੀ ਲੋਕ ਬਾਹਰ ਆ ਗਏ ਆ, ਲੇਕਿਨ ਦੂਜੇ ਦੇਸ਼ਾਂ 'ਚ ਹੈਗਾ, ਹਲੇ ਦੂਜਿਆਂ ਸ਼ਹਿਰਾਂ 'ਚ ਹੈਗਾ। ਅੱਜ ਬਾਲ ਨਹੀਂ ਧੋਣੇ, ਅੱਜ ਕੱਪੜੇ ਨਹੀਂ ਧੋਣੇ, ਅੱਜ ਮੰਗਲਵਾਰ ਆ, ਸ਼ਨੀਚਰਵਾਰ ਆ, ਅੱਜ ਵੀਰਵਾਰ ਆ। ਉਹਨਾਂ 'ਚ ਹਲੇ ਵੀ ਸਿਸਟਮ ਹੈਗਾ। ਇਹ ਗੱਲ ਰੋਮੀਆਂ ਦੇ ਖਾਚੇ ਲਿਖੀ ਹੋਈ ਹੈ। ਹਲੇ ਵੀ ਸਿਸਟਮ ਹੈਗਾ ਲੋਕਾਂ 'ਚ। ਅੱਜ ਮੰਗਲਵਾਰ ਆ, ਵੀਰਵਾਰ ਆ, ਸੋਮਵਾਰ ਹੈ। ਅੱਜ ਸਾਡੇ ਲਈ ਹਰ ਇੱਕ ਦਿਨ ਕੀ ਆ? ਬਰਾਬਰ। ਸਾਡੇ ਲਈ ਕੋਈ ਸੋਮ, ਮੰਗਲ, ਬੁੱਧ ਕੋਈ ਨਹੀਂ। ਹਰ ਦਿਨ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ, ਉਹ ਸਾਡੇ ਲਈ ਇੱਕੋ ਜਿਹਾ ਹੈ। ਹਾਲੇ ਵੀ ਸੰਸਾਰ ਦੇ ਕਿੰਨੇ ਲੋਕ ਇਹਨਾਂ ਭਰਮਾਂ 'ਚ ਪਏ ਹੋਏ ਨੇ। ਸਾਡੇ ਲਈ ਹਰ ਦਿਨ ਇੱਕ ਜਿਹਾ ਹੈ। ਇਹਨੇ ਕੀ ਕਿਹਾ? ਹਾਂ ਪੜ੍ਹੀਏ। ਉਹ ਕਹਿੰਦੇ ਸਬਤ ਦਿਨ ਚੰਗਾ ਕੀਤਾ। ਜਿਹੜੇ ਲੋਕ ਸੀ ਸਬਤ ਦਿਨ ਨੂੰ ਉੱਥੇ ਦੇ ਮੰਨਣ ਵਾਲੇ, ਉਹ ਹਮੇਸ਼ਾ ਯਿਸੂ ਮਸੀਹ ਬੁਰਾਈ ਕਰਦੇ ਸੀ। ਉਹ ਕਹਿੰਦੇ ਇਹ ਸਬਤ ਨੂੰ ਮੰਨਦਾ ਹੈ। ਔਰ ਫਿਰ ਇਸ ਕਰਕੇ ਯਹੂਦੀ ਲੋਕਾਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ, ਚੰਗੇ ਕੀਤੇ ਵਿਅਕਤੀ ਨੂੰ ਕੀ ਕਿਹਾ? ਭਈ ਇਹ ਸਬਤ ਦਾ ਦਿਨ ਹੈ, ਇਹ ਸਬਤ ਦਾ ਦਿਨ ਅਤੇ ਤੈਨੂੰ ਮੰਜੀ ਚੁੱਕਣੀ ਯੋਗ ਨਹੀਂ ਹੈ। ਤੈਨੂੰ ਮੰਜੀ ਚੁੱਕਣੀ ਯੋਗ ਨਹੀਂ, ਤੂੰ ਬਿਮਾਰ ਹੀ ਪਿਆ ਰਹਿ। ਤੇਰੇ ਸਿਰ 'ਚ ਜੂਆਂ ਹੀ ਪਈਆਂ ਰਹਿਣ, ਤੂੰ ਮੰਗਲਵਾਰ ਸਿਰ ਹੀ ਨਾ ਧੋਈ। ਬੋਲੋ। ਤੇਰੇ ਪਸੀਨੇ ਦੀ ਜਿਹੜੀ ਬੋ ਨਾ, ਜੀ ਕੱਪੜੇ ਜਿਹੜੀ ਆ ਰਹੇ ਮੰਗਲਵਾਰ ਦੇ, ਇਹੀ ਪਾ ਰੱਖ, ਇਹਨੂੰ ਧੋਈ ਨਾ।
ਤੇ ਤੇਰੇ ਲਾਗੇ ਬੈਠਾ ਕੋਈ ਬੇਹੋਸ਼ ਹੋ ਕੇ ਡੇ ਜਾ ਤੇਰੀ ਖੁਸ਼ਬੂ ਸੁੰਘ ਕੇ। ਸੁਣੀਏ ਖਿਆਲ ਨਾਲ ਬਾਈਬਲ ਕੀ ਕਹਿੰਦੀ ਹੈ। ਇਹ ਲੋਕ, ਸੰਸਾਰ ਦੇ ਲੋਕ ਅੱਜ ਵੀ ਇਹਨਾਂ ਦਿਨਾਂ ਨੂੰ, ਤਿਉਹਾਰਾਂ ਨੂੰ, ਦਿਨਾਂ ਨੂੰ ਕੀ ਕਰਦੇ ਆ? ਮੰਨ ਲੱਗਿਆ ਅੱਜ ਮੰਗਲਵਾਰ, ਅੱਜ ਵੀਰਵਾਰ ਆ, ਅੱਜ ਕੱਪੜੇ ਨਹੀਂ ਧੋਣੇ, ਅੱਜ ਤੇਲ ਨਹੀਂ ਲਾਣਾ, ਹਾਂਜੀ ਅੱਜ ਇਹ ਨਹੀਂ ਕਰਨਾ, ਅੱਜ ਉਹ ਨਹੀਂ ਕਰਨਾ। ਪ੍ਰਭੂ ਈਸ਼ਵਰ ਦਾ ਸ਼ੁਕਰ ਕਿ ਤੁਹਾਨੂੰ ਔਰ ਮੈਨੂੰ ਯਿਸੂ ਮਸੀਹ ਨੇ ਇਹਨਾਂ ਕੰਮਾਂ ਤੋਂ ਕੀ ਕਰ ਦਿੱਤਾ? ਬੋਲੋ, ਜ਼ੋਰ ਤੋਂ ਬੋਲੋ, ਕੀ ਕਰਤਾ? ਜਿਹੜੇ ਅੱਜ ਵੀ ਮੰਨਦੇ ਉਹ ਨਾ ਬੋਲਣ, ਜਿਹੜੇ ਇਹਨਾਂ ਤੋਂ ਆਜ਼ਾਦ ਹੋ ਗਏ ਇੱਕ ਵਾਰੀ ਹਾਲੇਲੂਇਆ ਬੋਲਣ। ਜਿਹੜੇ ਮੰਨਦੇ ਹਨ ਅੱਜ ਵੀ ਇਹਨਾਂ ਨੂੰ ਉਹ ਨਾ ਬੋਲਣ, ਜਿਹੜੇ ਆਜ਼ਾਦ ਹੋ ਗਏ ਨੇ ਇੱਕ ਵਾਰੀ ਜ਼ੋਰ ਦੀ ਬੋਲੀਏ। ਸਾਡੇ ਲਈ ਕੋਈ ਮੰਗਲ, ਕੋਈ ਵੀਰ, ਕੋਈ ਸੋਮਵਾਰ ਕੁਛ ਨਹੀਂ ਆ। ਸਾਡੇ ਲਈ ਹਰ ਦਿਨ ਕੀ ਆ? ਬੋਲੋ, ਬਰਾਬਰ। ਇਸ ਕਰਕੇ ਉਹਨੇ ਕਿਹਾ ਸਬਤ ਦੇ ਦਿਨ ਮੰਜੀ ਤੂੰ ਚੁੱਕਤ, ਤੂੰ ਠੀਕ ਨਹੀਂ ਕਰਦਾ। ਜਿੱਦਣ ਬਿਮਾਰ ਪਿਆ ਸੀ ਉਹ ਦਿਨ ਕੋਈ ਨਹੀਂ ਆਇਆ। ਪਹਿਲਾਂ ਕਦੀ ਕਿਸੇ ਨੇ ਕੁਛ ਨਹੀਂ ਕੀਤਾ। ਅੱਜ ਵੀ ਇਦਾਂ ਹੀ ਆ। ਜਿਹੜੇ ਯਿਸੂ ਮਸੀਹ ਕੋ ਆਚਾਰਿਕ ਕਰਮ ਕਰ ਦੇਵੇ, ਕੋਈ ਵਿਅਕਤੀ ਠੀਕ ਹੋ ਜਾਂਦਾ, ਹਾਂਜੀ, ਪਹਿਲਾਂ ਉਹਦੇ ਲਈ ਕਿਸੇ ਨੇ ਮਿਹਨਤ ਨਹੀਂ ਕੀਤੀ। ਜਿਸਲੇ ਉਹ ਕਿਸੇ ਪਰਮੇਸ਼ਰ ਦੇ ਜਾਂਦੀ ਦੁਆ ਨਾਲ ਠੀਕ ਹੋ ਜਾਂਦਾ। ਤੇ ਜਿਹੜਾ ਦੂਜਾ ਫੱਕੀ ਫਰੀਸੀ ਆ, ਉਹ ਕਿਹੜਾ ਹੈ ਤੁਹਾਨੂੰ ਪਤਾ? ਜਿਹਨੂੰ ਖੁਦਾ ਦੀ ਬੁਲਾਹਟ ਨਹੀਂ, ਜਿਹਨੂੰ ਖੁਦਾ ਨੇ ਬੁਲਾਇਆ ਨਹੀਂ, ਉਹ ਜਾ ਕੇ ਕਹੇਗਾ ਤੂੰ ਸਾਡੇ ਚਰਚ ਆਇਆ ਕਰ। ਇਹ ਵੀ ਫੱਕੀ ਫਰੀਸੀ ਹੈ। ਤੁਸੀਂ ਪਹਿਚਾਨ ਕਰਿਆ ਕਰੋ ਕਿ ਇਹ ਵਿਅਕਤੀ ਨੇ ਪਹਿਲਾਂ ਕਿਉਂ ਨਹੀਂ ਮੇਰੇ ਨਾਲ ਮੁਲਾਕਾਤ ਕੀਤੀ। ਅੱਜ ਜਿਸ ਨੇ ਮੇਰੇ ਲਈ ਦੁਆ ਕੀਤੀ, ਜਿਸ ਨੇ ਮੇਰੇ ਲਈ ਮਿਹਨਤ ਕੀਤੀ, ਇਹ ਮੈਨੂੰ ਉੱਥੋਂ ਹਟਾ ਕੇ ਆਪਣੇ ਵੱਲ ਕਿਉਂ ਜੋੜਨਾ ਚਾਹੁੰਦਾ ਹੈ? ਪਰ ਵਿਸ਼ਵਾਸੀ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਉਹ ਕਹਿੰਦਾ ਨਹੀਂ ਯਾਰ, ਤੂੰ ਠੀਕ ਆ। ਮਸੀਹ ਵਿੱਚ ਮੇਰੇ ਭੈਣ ਭਰਾਓ, ਇਹ ਗੂੜ ਗਿਆਨ ਦੀ ਗੱਲ ਆ। ਤੁਸੀਂ ਦੇਖੋ, ਪਹਿਲਾਂ ਤੁਹਾਨੂੰ ਕਦੀ ਨੂੰ ਨਹੀਂ ਪੁੱਛਿਆ, ਤੁਹਾਡੇ ਪਿੰਡ ਵਿੱਚ ਹੀ ਨਹੀਂ ਕਦੀ ਤੁਹਾਨੂੰ ਕਦੀ ਪੁੱਛਿਆ। ਜਿਲੇ ਤੁਸੀਂ ਲੇਬਰ ਕਰਾਈ ਚਰਚ ਆ ਗਏ ਫਿਰ ਤੁਹਾਨੂੰ ਪੁੱਛਦੇ ਹਨ। ਤੁਹਾਨੂੰ ਦੂਰ ਨਹੀਂ ਪੈਂਦਾ ਇਹ ਸਾਰਾ ਚਰਚ? ਪੁੱਛਦੇ ਆ। ਫਿਰ ਉਹਨੂੰ ਕਹੋ ਪਹਿਲਾਂ ਕਿੱਥੇ ਗਿਆ ਸੀ ਇੰਨੇ ਸਾਲਾਂ ਤੋਂ? ਤੈਨੂੰ ਪਹਿਲਾਂ ਤੋਂ ਕਦੀ ਕਿਹਾ ਨਹੀਂ ਤੂੰ? ਉਹਲੇ ਤਾਂ ਲੱਗੇ ਸੀ ਤੂੰ। ਇਹ ਵੀ ਉਹ ਫੱਕੀ ਫਰੀਸੀ ਆ ਜਿਹੜੇ ਗੁੰਝਲ ਪਾਉਂਦੇ ਹਨ ਚਲਦੇ ਹੋਏ ਵਿਸ਼ਵਾਸੀ। ਲੇਕਿਨ ਇੱਥੇ ਉਹਨੇ ਕੀ ਕਿਹਾ? ਪੜ੍ਹੀਏ। ਉਹਨੇ ਉਹਨਾਂ ਨੂੰ ਉੱਤਰ ਦਿੱਤਾ, ਉਹਨਾਂ ਨੇ ਉੱਤਰ ਦਿੱਤਾ ਕਿ ਜਿਹਨੇ ਮੈਨੂੰ ਚੰਗਾ ਕੀਤਾ, ਜਿਹਨੇ ਮੈਨੂੰ ਚੰਗਾ ਕੀਤਾ, ਉਸੇ ਨੇ ਮੈਨੂੰ ਆਖਿਆ, ਉਹਨੇ ਮੈਨੂੰ ਆਖਿਆ ਆਪਣੀ ਮੰਜੀ ਚੁੱਕ ਕੇ ਤੁਰ ਆਪਣੀ ਪਓ। ਮੰਜੀ ਚੁੱਕ ਤੇ ਉੱਠ ਕੇ ਤੁਰ ਪੈ। ਔਰ ਫਿਰ ਉਹਨਾਂ ਨੇ ਉਸ ਤੋਂ ਪੁੱਛਿਆ, ਉਹਨੇ ਨੂੰ ਪੁੱਛਿਆ ਉਹ ਕਿਹੜਾ ਆਦਮੀ ਉਹ ਹੈ ਕਿਹੜਾ ਵਿਅਕਤੀ ਹੈ ਜਿਹਨੇ ਤੈਨੂੰ ਆਖਿਆ ਜਿਹਨੇ ਤੈਨੂੰ ਆਖਿਆ ਤੇ ਚੁੱਕ ਕੇ ਤੁਰ ਪਾਓ? ਮੰਜੀ ਚੁੱਕ ਕੇ ਤੁਰ ਪੈ। ਪਰ ਉਹ ਜਿਹੜਾ ਚੰਗਾ ਹੋਇਆ ਸੀ, ਜਿਹੜਾ ਚੰਗਾ ਹੋਇਆ ਸੀ, ਨਹੀਂ ਸੀ ਜਾਣਦਾ ਉਹ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ। ਉਹ ਕੌਣ ਹੈ? ਕਿਉਂ ਜੋ ਉਹ ਥਾਂ ਦੀ ਭੀੜ ਦੇ ਹੋਣ ਕਰਕੇ ਹਾਂ, ਯਿਸੂ ਉੱਥੋਂ ਟਲ ਗਿਆ ਸੀ। ਇਹ ਬਹੁਤ ਗਹਿਰੀ ਗੱਲ ਆ। ਯਿਸੂ ਮਸੀਹ ਉੱਥੋਂ ਟਲ ਗਏ ਆ। ਇਹ ਵਿਅਕਤੀ ਕਾਇਮ ਆ। ਬਾਈਬਲ ਕਹਿੰਦੀ ਵਿਅਕਤੀ ਕਾਇਮ ਆ। ਇਹਨੂੰ ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ? ਇਹਦੇ ਪਿੱਛੋਂ ਯਿਸੂ, ਇਹਦੇ ਪਿੱਛੋਂ ਪ੍ਰਭੂ ਯਿਸੂ ਮਸੀਹ ਉਹਨੂੰ ਹੈਕਲ ਵਿੱਚ ਮਿਲਿਆ। ਇਹ ਪਤਾ ਕੀ ਬਣ ਗਿਆ? ਇਹ ਚੰਗਾ ਹੋਣ ਤੋਂ ਬਾਅਦ ਇਮਾਨਦਾਰ ਬਣ ਗਿਆ। ਇਹਨੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਯਿਸੂ ਮਸੀਹ ਕੌਣ ਆ। ਚੰਗਿਆਈ ਹੋਈ ਸਿਰਫ ਕਿਉਂ ਹੋਈ? ਇਹ 38 ਸਾਲ ਤੋਂ ਇੱਕ ਸਾਈਡ ਤੇ ਬੈਠਾ ਤੜਫ ਰਿਹਾ ਹੈ। ਸ਼ਾਇਦ ਇਹਦਾ ਲੱਗਦਾ ਕੋਈ ਰੋਟੀ ਨੂੰ ਸਿੜ ਜਾਂਦਾ ਹੋਣਾ, ਇਹ ਖਾ ਲੈਂਦਾ ਹੋਣਾ, ਕਿਸੇ ਦਾ ਦਿਲ ਕੀਤਾ ਹੋਣਾ, ਇਹਦੇ ਹੱਥੋਂ ਆਉਂਦਾ ਹੋਣਾ। ਕੋਈ ਅੱਛਾ ਵਿਅਕਤੀ ਜਿਹਦੇ ਅੰਦਰ ਤਰਸ ਹੋਏਗਾ, ਕਦੀ ਇਹਦੇ ਬਾਲ ਧੋ ਦਿੰਦਾ ਹੋਣਾ, ਕੋਈ ਸਾਬਣ ਦਿੰਦਾ ਹੋਣਾ, ਕਿਉਂਕਿ ਕੁੰਚ ਤਾਂ ਉਤਰਨ ਦਾ ਕੋਈ ਸਿਸਟਮ ਨਹੀਂ ਹੈ। ਮੇਰੇ ਭੈਣ ਭਰਾ, ਪਹਿਲਾਂ ਕਿਸੇ ਨੇ ਇਹਨੂੰ ਨਹੀਂ ਪੁੱਛਿਆ, ਹੁਣ ਇਹਨੂੰ ਪੁੱਛਦੇ ਹਨ। ਜਿਲੇ ਚੰਗਾ ਹੋ ਗਿਆ, ਇਹ ਹੈਕਲ 'ਚ ਮਿਲਿਆ, ਹੈਕਲ 'ਚ, ਖੁਦਾ ਦੇ ਘਰ ਵਿੱਚ। ਅੱਜ ਲੋਕ ਜਿਹੜੇ ਚੰਗੇ ਹੋ ਜਾਂਦੇ ਹਨ ਉਹ ਕਿੱਥੇ ਮਿਲਦੇ ਹਨ? ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਇਹੋ ਜਿਹੇ ਹਾਲਾਤਾਂ 'ਚੋਂ ਬਾਹਰ ਆਓ। ਇਹ ਬੈਸਦਾ ਵਿੱਚ ਫਸੇ ਪਏ ਆ ਤੁਸੀਂ ਹਲੇ ਤੱਕ। ਖੁਦਾ ਤੈਨੂੰ ਬਾਹਰ ਕੱਢ ਕੇ ਤੈਨੂੰ ਚੰਗਾ ਕਰੇਗਾ। ਉਹਦੇ ਵਿੱਚੋਂ ਉਹ 'ਚੋਂ ਬਾਹਰ ਨਿਕਲ ਕੇ ਆ। ਉਹ ਅੱਛਾ ਸਥਾਨ ਨਹੀਂ ਆ ਜਿੱਥੇ ਤੂੰ ਜਾ ਕੇ ਆਪਣਾ ਰੰਗ ਦਿਖਾ ਰਿਹਾ ਹੈ। ਯਿਸੂ ਮਸੀਹ ਨੂੰ ਕੱਢਿਆ ਬਾਹਰ, ਉਹਦੀ ਅੱਖਾਂ ਨੂੰ 2 ਵਾਰੀ ਟੱਚ ਕਰਨਾ ਪਿਆ ਤੇ ਤਾਂ ਕਿ ਉਹਦੀ ਅੱਖਾਂ ਕੀ ਸਾਫ਼-ਸਾਫ਼ ਦਿਖਾਈ ਦੇਵੇ। ਕਿ ਤੁਹਾਨੂੰ ਸਾਫ਼-ਸਾਫ਼ ਦਿਖਾਈ ਨਹੀਂ ਦਿੰਦਾ ਜਦੋਂ ਤੁਸੀਂ ਇੱਦਾਂ ਦੇ ਲੋਕਾਂ ਨੂੰ ਦੇਖਦੇ ਆ ਕਿ ਇਹਨਾਂ ਦੇ ਕੰਮ ਕੀ ਹਨ? ਇਹੋ ਜਿਹੇ ਲੋਕਾਂ ਨਾਲ ਜਾਈ ਤੁਸੀਂ ਦਸਤ ਪੰਜਾ ਮਲਾਉਂਦੇ ਆ ਤੇ ਬਾਈਬਲ 'ਚ ਕਹਿੰਦੀ ਤੁਸੀਂ ਉਹਦੇ ਪਾਪਾਂ ਦੇ ਕਿਉਂ ਨੇ ਆ। ਇੱਦਾਂ ਲਿਖਿਆ ਹੈ, ਇੱਦਾਂ ਲਿਖਿਆ
ਕਿ ਜੇ ਤੁਸੀਂ ਉਹਨਾਂ ਦਸਤਪੰਜਾਂ ਬਣਾਣੇ ਉਹਦੀ ਚਾਹ ਪੁੱਛਦੇ ਆ, ਪਾਣੀ ਪੁੱਛਦੇ ਹੋ। ਕਰੰਥੀਆਂ ਦੇ ਖੱਤ 5 ਚੈਪਟਰ 9 ਚ ਲਿਖਿਆ, ਤੁਸੀਂ ਉਹਦੇ ਪਾਪਾਂ ਦੇ ਕੀ ਹੁੰਨੇ, ਭਾਗੀ ਬਣ ਜਾਣੇ। ਜੇ ਗਲਤ ਆਦਮੀ ਨਾਲ ਤੁਸੀਂ ਉਹਨੂੰ ਰਿਸੀਵ ਕਰਕੇ ਕਹਿੰਦੇ ਆ ਜਾਓ ਭੈਣ ਜੀ ਚਾਹ ਪੀਓ, ਤੂੰ ਵੀ ਇਹਦੇ ਵਰਗੀ ਹੋ ਗਈ ਹੈ। ਬਾਈਬਲ ਕਹਿੰਦੀ ਤੇਰਾ ਖੁਦਾ ਤੇਰੇ ਤੇ ਸ਼ਰਾਬ ਭੇਜੇਗਾ। ਇਹ ਬਾਈਬਲ ਦੀ ਤਾਲੀਮ ਆ, ਮੈਂ ਆਪਣੀ ਮੇਰੀ ਕੋਈ ਤਾਲੀਮ ਨਹੀਂ ਆ। ਲੇਕਿਨ ਇਹ ਕਿੱਥੇ ਕੀ ਲਿਖਿਆ, ਪੜ੍ਹੀਏ ਕੀ ਲਿਖਿਆ। ਇਸ ਦੇ ਪਿੱਛੋਂ ਇਹਦੇ ਪਿੱਛੋਂ ਯਿਸੂ ਉਹਨੂੰ ਹੈਕਲ ਵਿੱਚ ਮਿਲਿਆ, ਯਿਸੂ ਮਸੀਹ ਉਹਨੂੰ ਹੈਕਲ ਵਿੱਚ ਮਿਲੇ ਅਤੇ ਉਹਨੂੰ ਕਿਹਾ, ਉਹਨੂੰ ਆਖਿਆ ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਦੇਖ ਹੁਣ ਤੂੰ ਚੰਗਾ ਹੋ ਗਿਆ, ਫੇਰ ਪਾਪ ਨਾ ਕਰੀ, ਹੁਣ ਕੋਈ ਗਲਤੀ ਹੁਣ ਨਾ ਪਾਪ ਕਰੀ, ਕਿਤੇ ਇਉਂ ਨਾ ਹੋਵੇ ਕਿਤੇ ਉਹ ਨਾ ਹੋਵੇ ਜੋ ਇਸ ਨਾਲੋਂ ਵੀ ਕੋਈ ਬੁਰੀ ਇਹ ਬਿਪਤਾ ਤੋਂ ਵੱਡੇ ਮੁਸ਼ਕਲ ਤੇਰੇ ਤੇਰੇ ਤੇ ਉੱਤੇ ਆ ਪਵੇ। ਤੇਰੇ ਤੇ ਕਿਤੇ ਕੋਈ ਪ੍ਰੋਬਲਮ ਨਾ ਆ ਜਾਏ ਤੋਂ ਵੱਡੀ। ਮੇਰੇ ਭੈਣ ਭਰਾਓ, ਇਹ ਤੁਸੀਂ ਕੀ ਸਿੱਖਦੇ ਇਸ ਤੋਂ? ਇਹ ਤੋਂ ਅਸੀਂ ਕੀ ਸਿੱਖਿਆ 38 ਸਾਲ ਦੇ ਰੋਗੀ ਤੋਂ? ਬੋਲੋ ਕੀ ਸਿੱਖਿਆ ਤੁਸੀਂ? ਇਧਰ ਖਿਆਲ ਕਰੀਏ, ਇਹ ਤੋਂ ਅਸੀਂ ਕੀ ਸਿੱਖਿਆ? ਬੋਲੋ ਕਿੱਥੇ ਹੈ ਇਹ? ਬੋਲੋ ਕਿੱਥੇ ਹੈ? ਕਿਸੇ ਵਿਆਹ 'ਚ ਨੱਚ ਰਿਹਾ, ਕਿਸੇ ਪਾਰਟੀ ਤੇ ਡਰਿੰਕ ਕਰ ਰਿਹਾ, ਇਹਨੇ ਸਿਗਰਟ ਪੀ ਰਿਹਾ, ਕਿਤੇ ਲੜ ਰਿਹਾ, ਕਿਸੇ ਨਾਲ ਝਗੜਾ ਕਰ ਰਿਹਾ। ਲਿਖਿਆ ਪਰਮੇਸ਼ਰ ਦਾ ਪੁੱਤਰ ਯਿਸੂ ਸੀ ਅਤਿਅੰਤ ਤੋਂ ਖੁਸ਼ ਹੋ ਗਿਆ। ਪਤਾ ਕਿੱਥੇ ਦੇਖਿਆ? ਹੈਕਲ ਦੇ ਵਿੱਚ। ਜਿਹੜੇ ਤੇਰਾ ਖੁਦਾ ਤੈਨੂੰ ਸੰਡੇ ਬੰਦਗੀ 'ਚ ਦੇਖਦਾ, ਤੇਰਾ ਖੁਦਾ ਤੇਰੇ ਤੋਂ ਅਤੀ ਪ੍ਰਸੰਨ ਹੋ ਜਾਂਦਾ। ਤੁਸੀਂ ਕਿੱਥੇ ਮਿਲਣਾ ਚਾਹਦੇ ਹੋ ਚੰਗੇ ਹੋਣ ਤੋਂ ਬਾਅਦ? ਬਾਈਬਲ ਕਹਿੰਦੀ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਹੈ ਜਿਹੜੇ ਤੁਸੀਂ ਚੰਗੇ ਹੋ ਜਾਂਦੇ ਹੋ? ਬੋਲੋ ਕਿੱਥੇ ਹੋਣਾ ਚਾਹੀਦਾ? ਬੋਲੋ ਕਿੱਥੇ ਹੋਣਾ ਚਾਹੀਦਾ? ਬੋਲੋ ਸ਼ੈਤਾਨ ਨੂੰ ਸੁਣਾਈਏ ਕਿੱਥੇ ਹੋਣਾ ਚਾਹੀਦਾ? ਖੁਦਾ ਦੀ ਹੈਕਲ 'ਚ ਹੋਣਾ ਚਾਹੀਦਾ। ਤੇ ਤੇਰਾ ਖੁਦਾ ਤੈਨੂੰ ਇੱਕ ਗੱਲ ਕਹੇਗਾ, ਇੱਥੇ ਕਲਾਮ ਸਿਖਾਏਗਾ, ਦੇਖ ਹੁਣ ਤੂੰ ਚੰਗੀ ਹੋ ਗਈ, ਮੁੜ ਕੇ ਕੋਈ ਪਾਪ ਨਹੀਂ ਤਾਂ ਇਹ ਤੋਂ ਵੱਡੀ ਵਿਪਤਾ ਤੇਰੇ ਤੇ ਆ। ਯਿਸੂ ਮਸੀਹ ਤੈਨੂੰ ਉਹ ਜਗ੍ਹਾ ਤੇ ਨਹੀਂ ਛੱਡੇਗਾ ਜਿੱਥੇ ਤੂੰ ਦੁਬਾਰਾ ਬਿਮਾਰ ਹੋ ਜਾਏ। ਜੇ ਉਸ ਜਗ੍ਹਾ ਤੇ ਫਿਰ ਤੂੰ ਦੁਬਾਰਾ ਜਾਣਾ ਆ ਤੇ ਤੂੰ ਅਵਸ਼ਯ ਬਿਮਾਰ ਹੋ ਜਾਏਗਾ। ਮੇਰੇ ਭੈਣ ਭਰਾਓ, ਇਸ ਜਗ੍ਹਾ ਦੇ ਉੱਤੇ ਖੁਦਾ ਨੇ ਮੌਜਾ ਕੀਤਾ, ਜਿਲੇ ਬਹੁਤ ਸਾਰੇ ਯਿਸੂ ਮਸੀਹ ਨੇ ਚਮਤਕਾਰ ਕੀਤੇ। ਮੈਂ ਕੱਲੀ ਆਇਤ ਪੜਾਂਗਾ ਤਾਂ ਬਹੁਤ ਸਮਾਂ ਲੱਗੇਗਾ। ਜੇ ਮੈਂ ਤੁਹਾਨੂੰ ਕਫਰਨਹੂਮ ਬਾਰੇ ਪੜਾਂਗਾ ਉੱਥੇ ਬੜਾ ਸਮਾਂ ਲੱਗੇਗਾ। ਕਫਰਨਹੂਮ ਦੇ ਵਿੱਚ ਵੀ ਬਾਈਬਲ ਕਹਿੰਦੀ ਹੈ ਕਿਹਨੂੰ ਚੰਗਾ ਕੀਤਾ ਉਹਨੇ? ਬੋਲੇ ਕਿਹਨੂੰ ਚੰਗਾ ਕੀਤਾ? ਔਖਾ ਲੱਗਦਾ ਤੁਹਾਨੂੰ? ਜੇ ਤੁਹਾਨੂੰ ਪੁੱਛਿਆ ਤੁਹਾਨੂੰ ਕਫਰਨਹੂਮ 'ਚ ਕਿਸ ਵਿਅਕਤੀ ਨੂੰ ਚੰਗਾ ਕੀਤਾ, ਫਿਰ ਤੁਸੀਂ ਔਖਾ ਜਿਹਾ ਲੱਗਦਾ ਤੁਹਾਨੂੰ। ਕਫਰਨਹੂਮ ਦੇ ਵਿੱਚ ਯਿਸੂ ਮਸੀਹ ਨੇ ਕਿਸ ਬਿਮਾਰ ਨੂੰ ਚੰਗਾ ਕੀਤਾ ਪਤਾ? ਇਹਨੂੰ ਪੜ੍ਹੀਏ ਬਾਈਬਲ ਨੂੰ। ਕਿੱਥੇ ਕਫਰਨਹੂਮ 'ਚ ਮੌਜੇ ਕੀਤੇ, ਕਿਤੇ ਬੈਤਸੈਦਾ 'ਚ ਮੌਜੇ ਕੀਤੇ, ਕਿਤੇ ਬੈਤਫੈਗਾ 'ਚ ਮੌਜੇ ਕੀਤੇ। ਪਰ ਇੱਕ ਦਿਨ ਯਿਸੂ ਮਸੀਹ ਨੇ ਕੀ ਕਿਹਾ? ਆइए ਲੁਕਾ ਰਤੀ ਸੁਸਮਾਚਾਰ ਉਹਦੀ ਇੱਕ ਹੋਰ ਆਇਤ ਪੜਾਂਗੇ। ਖੁਦਾ ਕੀ ਕਹਿੰਦਾ? ਅੱਜ ਮੈਂ ਤੁਹਾਨੂੰ ਇੱਕ ਆਦਮੀ ਦਿਖਾਊਂਗਾ, ਉਹ ਅੱਜ ਹੈਕਲ ਵਿੱਚ ਆ। ਇੱਥੇ ਚੰਗਾ ਹੋਣ ਤੋਂ ਬਾਅਦ ਉਹ ਤੁਹਾਡੇ ਵਿਚਕਾਰ। ਮੇਰਾ ਖੁਦਾ ਤੋਂ ਅਤਿਅੰਤ ਖੁਸ਼ ਹੈ, ਉਹ ਸਾਡੇ ਵਿਚਕਾਰ। आइए एक और आयत पढ़ांगे, लुका रती सुसमाचार 10 अध्याय। यीशु मसीह ने जिले अपने चेलियां भेजा, मैं शॉर्ट चेतन पढ़ाऊंगा 10 चैप्टर। जिले उन्हें चेलियां 70 चेलियां भेजा, उन्हें क्या बीमारां नूं चंगा करो, उन्होंने जाके दसो। और यदी लाइन 5 आयत पढ़ो की लिखा, 10 की 5 आयत। हाँ, जिस घर विच तुसी जाओ, प्रभु यीशु ने अपने चेलियां नूं क्या, जिस तुसी किसी घर विच जाओ, पहला आखो भी इस घर दी शांति होवे। जिवें तुसी कदम रखो उस घर दी की होवे, शांति होवे। मेरे पादरी साहब नूं बहुत आदत, एक बड़ी आदत नहीं, उन्होंने इदां ही आ। वो जिस घर भी जाणगे ना, मैं उन्होंने कई बार देखिया हाथ में पन्ना, वो जाते कहणगे दरवाजे खड़ के हालेलुया इदां कहणगे, परमेश्वर तेरा शुक्र हो। उन्होंने जाते किसी घर च ये गल कहनी आ, उन्हें गेट ते जाते कहना प्रेज द लॉर्ड ब्रदर जी हालेलुया, खुदा नूं जलाल मिले। पहले जाते हुए गल जरूर कहते, किसी घर च मैंने देखा है। यीशु मसीह ने कहा जिस घर जाओ उन्होंने की मंगो, शांति मंगो। बोलो की मंगो? शांति। शांति मंगो। और की क्या? और जे शांति दा पुत्र उथे होवे, ये परमेश्वर दा बेटा यीशु मसीह होवेगा, तां तुहाडी शांति उस उत्ते ठहरेगी। तेरी शांति ठहर जाएगी, नहीं तो ओ मुड़ तुहाडे कोल आ जावेगी। ਇਹਦਾ मतलब कुछ चीज़ां की आंदियां वापस भी आंदियां।
ਜੇ ਕੋਈ ਰਿਸੀਵ ਨਾ ਕਰੇ ਫਿਰ ਉਹ ਤੇਰੇ 'ਚ ਵਾਪਸ ਆ ਜਾਏਗੀ। ਮੈਂ ਕਹਿੰਦਾ ਯਿਸੂ ਮਸੀਹ ਨਾਲ ਤੁਸੀਂ ਚੰਗੇ ਹੋ ਜਾਓ। ਤੁਸੀਂ ਉਹਨੂੰ ਰਿਸੀਵ ਕੀਤਾ ਤਾਂ ਚੰਗੇ ਹੋ ਜਾਓਗੇ, ਨਹੀਂ ਕੀਤਾ ਚੰਗਿਆਈ ਦਾ ਸ਼ਬਦ ਮੇਰੇ 'ਚ ਵਾਪਸ ਆਏਗਾ। ਬਾਈਬਲ ਦੇ ਕਹਿੰਦੀ। ਮੈਂ ਕਹਿੰਦਾ ਮਸੀਹ ਵਿੱਚ ਤੁਸੀਂ ਤੁਹਾਡੇ ਤੋਂ ਸ਼ਰਾਬ ਟੁੱਟ ਜਾਣ, ਤਨੀ ਹੋ ਜਾਓ ਤੁਸੀਂ। ਜੇ ਤੁਸੀਂ ਉਹਨੂੰ ਰਿਸੀਵ ਕੀਤਾ ਉਹ ਤੇਰੇ 'ਚ ਗੱਲ ਆ ਜਾਏਗੀ, ਜੇ ਨਹੀਂ ਕੀਤਾ ਮੇਰੇ 'ਚ ਵਾਪਸ ਆਏਗੀ। ਬਾਈਬਲ ਇਸ ਤਰ੍ਹਾਂ ਹੀ ਕਹਿੰਦੀ। ਬਾਈਬਲ ਦਾ ਕਹਿੰਦੀ। ਮੈਂ ਕਹਿੰਦਾ ਪਰਮੇਸ਼ਰ ਤੈਨੂੰ ਬਰਕਤ ਦੇ ਭੈਣ ਜੀ। ਜੇ ਤੂੰ ਰਿਸੀਵ ਕਰਦੀ ਆ ਤੇ ਤੇਰੇ ਤੇ ਬਰਕਤ ਆਏਗੀ, ਨਹੀਂ ਕੀਤੀ ਉਹ ਆਸ਼ੀਸ਼ ਮੇਰੇ ਵੱਲ ਆਏਗੀ। ਔਰ ਕੀ ਲਿਖਿਆ ਪੜ੍ਹੀਏ? ਅਤੇ ਉਸੇ ਘਰ ਵਿੱਚ ਟਿਕੋ, ਉਸੇ ਘਰ 'ਚ ਟਿਕੋ, ਔਰ ਜੋ ਕੁਝ ਉਹ ਦੇਣ। ਫਿਰ ਪੜ੍ਹੀਏ, ਫਿਰ ਉਹ ਤੋਂ 5 ਅਧ ਪੜ੍ਹ। ਜਿਸ ਘਰ ਵਿੱਚ ਤੁਸੀਂ ਜਾਓ, ਜਿਸ ਘਰ 'ਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ, ਤੁਹਾਡੀ ਸ਼ਾਂਤੀ ਹੋਵੇ। ਔਰ ਜੇ ਸ਼ਾਂਤੀ ਦਾ ਪੁੱਤਰ ਉੱਥੇ ਹੋਵੇ ਹਾਂ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਔਰ ਫਿਰ ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਵੇਗੀ। ਹਾਂ ਅਤੇ ਉਸੇ ਘਰ ਵਿੱਚ ਟਿਕੋ, ਉਸੇ ਘਰ 'ਚ ਟਿਕੋ, ਔਰ ਜੋ ਕੁਝ ਉਹ ਦੇਣ ਖਾਓ ਪੀਓ। ਜੋ ਕੁਛ ਤੁਹਾਨੂੰ ਦੇਣ ਉਹ ਕੀ ਕਰੋ? ਖਾਓ ਪੀਓ। ਖਾਓ ਪੀਓ। ਕਿਉਂ ਜੋ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਹਾਂ, ਕਾਮਾ ਆਪਣੀ ਮਜ਼ਦੂਰ ਦਾ ਕੀ ਆ? ਹੱਕਦਾਰ ਹੈ। ਹੱਕਦਾਰ। ਔਰ ਫਿਰ ਘਰ ਘਰ ਨਾ ਫਿਰੋ, ਚੇਲਿਆਂ ਨੂੰ ਕਿਹਾ ਘਰ ਘਰ ਨਾ ਫਿਰੋ। ਇਹ ਗੱਲ ਹਰਭਜਨ ਸਿੰਘ ਨੇ ਕਹੀ ਸੀ। ਕਦੀ ਉੱਥੇ ਚਲੇ ਗਏ, ਕਦੀ ਇੱਥੇ ਚਲੇ ਗਏ। ਉਹ ਕਹਿੰਦੇ ਮੈਂ ਪਸੰਦ ਨਹੀਂ ਕਰਦਾ, ਮੈਂ ਦੁਆ 'ਚ ਰਹਿਣਾ ਪਸੰਦ ਕਰਦਾ। ਇਹ ਗੱਲ ਮੈਨੂੰ ਉਹਨਾਂ ਦੀ ਅੱਜ ਵੀ ਯਾਦ ਆ। ਉਹਨੇ ਗੱਲ ਕਹੀ ਸੀ, ਇਹ ਦੁਆ ਵਾਲੇ ਬੰਦੇ ਜਿਹੜੇ ਆ ਇਹ ਅੱਛੇ ਹੁੰਦੇ ਆ। ਦੁਆ ਵਾਲਾ ਆਦਮੀ ਤੇਰੇ ਘਰ ਆਏਗਾ, ਪ੍ਰੇਅਰ ਵਾਲਾ, ਉਹਦੇ ਤੇਰੇ ਘਰਾਂ ਨਾਲ ਆਸ਼ੀਸ਼ ਆਏਗੀ। ਜਿਹੜਾ ਬਿਨਾਂ ਪ੍ਰੇਅਰ ਵਾਲਾ ਹੈ ਉਹ ਤੇਰੇ ਤੇ ਲਾਂਨ ਇਕੱਠੀ ਦਿਖ ਜਾਏਗਾ ਤੈਨੂੰ। ਉਹ ਸ਼ਰਾਬ ਪੀਤਾ, ਉਹਦੇ ਨਾਲ ਸ਼ਰਾਬ ਆਏਗਾ। ਇਹ ਪੱਕੀ ਗੱਲ ਆ। ਔਰ ਕੀ ਲਿਖਿਆ? ਅਤੇ ਜਿਸ ਨਗਰ ਵਿੱਚ ਤੁਸੀਂ ਵੜੋ, ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਉਹ ਤੁਹਾਨੂੰ ਕਬੂਲ ਕਰਨ, ਉਹ ਤੁਹਾਨੂੰ ਕਬੂਲ ਕਰਨ, ਤਦ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਸੋ ਖਾਓ। ਔਰ ਉੱਥੋਂ ਦੇ ਰੋਗੀਆਂ ਨੂੰ ਚੰਗੇ ਕਰੋ ਅਤੇ ਉਹਨਾਂ ਨੂੰ ਕਹੋ ਭਈ ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ। ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕਹੀ ਹੈ, ਤੁਸੀਂ ਬਿਮਾਰਾਂ ਨੂੰ ਚੰਗਾ ਕਰੋ। ਇਹ ਪਰ ਇਦਾਂ ਅਸੀਂ ਚਲੇ ਜਾਂਦੇ ਹਾਂ ਬਹੁਤ ਸਾਰੇ ਲੋਕ, ਪਰ ਚੰਗੇ ਚੁੰਗੇ ਨਹੀਂ ਕਰ ਸਕਦੇ, ਕਿਉਂਕਿ ਚੰਗਿਆਈ ਉਹਨਾਂ ਵਿੱਚ ਕੰਮ ਕਰਦੀ ਜਿਹੜੇ ਚੰਗਾ ਕਰਨ ਵਾਲੇ ਦੇ ਕੀ ਰਹਿੰਦੇ ਹਨ, ਨੇੜੇ ਰਹਿੰਦੇ ਹਨ। ਤਦ ਲਿਖਿਆ ਨਾ ਯਾਕੂਬ 4:8 ਪਰਮੇਸ਼ਰ ਦੇ ਨੇੜੇ ਜਾਓ ਤੇ ਪਰਮੇਸ਼ਰ ਤੁਹਾਡੇ ਨੇੜੇ ਆਵੇਗਾ। ਜਿਹੜਾ ਨੇੜੇ ਰਹਿੰਦਾ ਹੀ ਨਹੀਂ ਉਹ ਕਿਸੇ ਨੂੰ ਕੀ ਚੰਗਾ ਕਰੇਗਾ। ਜਿਹੜਾ ਪਰਮੇਸ਼ਰ ਦੇ ਨੇੜੇ ਰਹਿੰਦਾ ਉਹਦੇ ਅੰਦਰ ਦਾ ਸਿਸਟਮ ਰਹਿੰਦਾ। ਉਹ ਅਗਰ ਦੁਆ ਕਰੇਗਾ, ਮੂੰਹ ਤੋਂ ਕਹੇਗਾ ਤੇ ਖੁਦਾ ਕੁਛ ਕਰੇਗਾ। ਇਹਦੇ ਲਿਖਿਆ। ਔਰ ਕੀ ਲਿਖਿਆ? ਪਰ ਜਿਸ ਨਗਰ ਵਿੱਚ ਤੁਸੀਂ ਵੜੋ, ਜਿਸ ਨਗਰ ਵਿੱਚ ਜਾਓ ਅਤੇ ਉਹ ਤੁਹਾਨੂੰ ਕਬੂਲ ਨਾ ਕਰਨ, ਉਹ ਤੁਹਾਨੂੰ ਕਬੂਲ ਨਾ ਕਰਨ, ਤਾਂ ਉਹਦੇ ਚੌਂਕ ਵਿੱਚ ਜਾ ਕੇ ਕਹੋ ਹਾਂ ਭਈ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਤੇ ਪਈ ਹੈ, ਹਾਂ ਅਸੀਂ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ। ਇਹ ਬਹੁਤ ਔਖਾ ਕੰਮ ਆ। ਜੇ ਕਿਸੇ ਦੇ ਘਰ ਦੇ ਵਿੱਚ ਪਰਮੇਸ਼ਰ ਦਾਸ ਪੈਰ ਛਿੜਕ ਦੇਵੇ, ਉਹਨੂੰ ਅੱਛੇ ਰੀਤੀ ਨਾਲ ਉਹਨੂੰ ਕਬੂਲ ਨਾ ਕੀਤਾ ਜਾਏ, ਉਸ ਘਰ ਦੇ ਉੱਤੇ ਸ਼ਰਾਪ ਆਏ। ਬਾਈਬਲ ਕਹਿੰਦੀ ਇੱਕ ਦਿਨ ਉਹ ਧੂੜ ਉੱਥੇ ਗਵਾਹੀ ਦੇਵੇਗੀ ਕਿ ਮੇਰਾ ਦਾਸ ਆਇਆ ਸੀ, ਤੁਸੀਂ ਨੇ ਕਿਹੋ ਜਿਹਾ ਵਿਵਹਾਰ ਕੀਤਾ। ਪਰ ਹੋਵੇ ਦਾਸ ਐਵੇਂ ਨਹੀਂ। खुदा दा बाल लिखा हारून की मांदित बुलाया हुआ हो, हारून की मांदित चुना हुआ हो, हारून की मांदित अभिषेक किया हो। इदा लिखा है, एवं कैमी नहीं, अपनी मर्जी नहीं। जिहड़ा उठ के लगा हुआ ओहदी नहीं कही, जिन्हों खुदा ने भेजिया ओहदी गल कर रहा खुदा। इन्हों खुदा ने भेजिया इन्हां चेलियां नूं कि जाओ जाके सलामती मंगो लोगों की। जिहड़े खुदा दे भेजे उन्हां दी गल कर रहा मैं। और फिर पर ए जानो कि परमेश्वर दा राज नेड़े आया है। हाँ, और फिर मैं तुहानू आखदा हां, मैं तुहानू आखदा हां ते उस दिन उस नगर नालों सदूम दा हाल चलण जोग होवेगा। सदूम और मूरा दा जिहड़ा हाल आ इन्हां देशां नालों ओ दिन चलन जोग होवेगा। हाय तेनू खुराजीन, हाय तेनू खुराजीन, हाय तेनू बैतसैदा, हाय तेनू बैतसैदा, क्योंकि जेड़ियां करामातां तुहाडे विच कीतियां जिहड़े गईयां, मौजे चिन्ह चमत्कार तेरे लिए कीते गए, जे सूर अते सैदा विच कीतियां जे जांदियां, सूरत ते सैदा ते कीते जांदे तां ओ तप्पड़ पहन के शायद वो मन फिरा लेंदे, शायद वो तौबा करके अपना जीवन
ਲਿਖਿਆ ਸੌਂਪ ਦਿੰਦੇ ਪਰਮੇਸ਼ਰ, ਔਰ ਫਿਰ ਅਤੇ ਸੁਆਹ ਵਿੱਚ ਬੈਠ ਕੇ ਹਾਂ ਕਦੋਂ ਦੇ ਤੌਬਾ ਕਰ ਲੈਂਦੇ। ਔਰ ਪਰ ਅਦਾਲਤ ਵਿੱਚ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਚੱਲਣ ਯੋਗ ਹੋਵੇਗਾ। ਹਾਂ, ਤੁਹਾਨੂੰ ਪਤਾ ਖੁਦਾ ਨੇ ਬਹਿਸਦਾ ਤੇ ਗਿਲਾ ਕੀਤਾ, ਖੁਰਾਜੀਨ ਤੇ ਗਿਲਾ ਕੀਤਾ, ਕਫਰਨਹੂਮ ਤੇ ਗਿਲਾ ਕੀਤਾ। ਇਹਨਾਂ 'ਚ ਖੁਦਾਮ ਯਿਸੂਸ ਨੇ ਬਹੁਤ ਮੌਜੂਦ ਚਮਤਕਾਰ ਕੀਤੇ, ਪਰ ਲੋਕਾਂ ਨੇ ਮਨ ਨਹੀਂ ਫਰਾਇਆ। ਲੋਕਾਂ ਨੇ ਆਪਣੀ ਜ਼ਿੰਦਗੀ ਯਿਸੂਸ ਨੂੰ ਨਹੀਂ ਦਿੱਤੀ। ਇਹਨਾਂ ਨੇ ਯਿਸੂਸ ਨੂੰ ਆਪਣਾ ਉਧਾਰਕਰਤਾ ਨਹੀਂ ਮੰਨਿਆ। ਹੀਲਿੰਗ ਹੋਈ ਆ, ਬਦਰੂਆਂ ਨਿਕਲੀਆਂ, ਬਿਮਾਰ ਚੰਗੇ ਹੋਏ, ਮੌਜੇ ਹੋਏ, ਸਭ ਕੁਝ ਹੋਇਆ, ਲੇਕਿਨ ਜ਼ਿੰਦਗੀ ਨਹੀਂ ਬਦਲੀ। ਬਹੁਤ ਲੋਕਾਂ ਦੀ ਚੰਗਿਆਈ ਮੈਂ ਦੇਖਿਆ ਹੁੰਦੀ ਹੋ ਜਾਂਦੀ ਹੈ, ਲੇਕਿਨ ਉਹਦਾ ਜੀਵਨ ਨਹੀਂ ਬਦਲਦਾ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਵਿੱਚ ਕਈ ਲੋਕ ਹਨ ਜਿਨ੍ਹਾਂ ਨੂੰ ਪ੍ਰੋਬਲਮ ਅੱਜ ਵੀ ਹੈਗੀ ਆ, ਪਰ ਮੈਂ ਇੱਦਾਂ ਸਮਝਦਾ ਹਾਂ ਉਹਨਾਂ ਦੀਆਂ ਜ਼ਿੰਦਗੀਆਂ ਬਦਲੀਆਂ ਹੋਈਆਂ। ਉਹਨਾਂ ਨੇ ਤੌਬਾ ਕਰਕੇ ਪਾਣੀ ਦਾ ਬਪਤਿਸਮਾ ਲਿੱਤਾ ਹੋਇਆ, ਉਹਨਾਂ ਨੇ ਪਵਿੱਤਰ ਆਤਮਾ ਪਾਇਆ ਹੋਇਆ। ਤੁਹਾਡੇ ਵਿੱਚ ਕਈ ਲੋਕ ਇੱਦਾਂ ਦੇ ਮੈਂ ਜਿਹਨਾਂ ਨੂੰ ਜਾਣਦਾ ਨਜ਼ਦੀਕੀ ਨਾ, ਔਰ ਉਹ ਕਿੱਥੇ ਰਹਿੰਦੇ ਹਨ? ਯਿਸੂ ਮਸੀਹ ਉਹਨਾਂ ਨੂੰ ਪਤਾ ਕਿੱਥੇ ਦੇਖਦਾ ਹੈ? ਬੋਲੋ, ਜਿੱਥੇ 38 ਸਾਲ ਦੇ ਰੋਗੀ ਨੂੰ ਵੇਖਿਆ। ਤੇ ਜਿਲੇ ਖੁਦਾ ਤੁਹਾਨੂੰ ਆਪਣੇ ਘਰ ਵਿੱਚ ਦੇਖਦਾ ਤੇ ਤੇਰਾ ਖੁਦਾ ਤੇਰੇ ਤੋਂ ਪ੍ਰਸੰਨ ਹੋ ਜਾਂਦਾ। ਇਹ ਗੱਲ ਤੇਰੇ ਪਰਮੇਸ਼ਰ ਨੂੰ ਮਨ ਭਾਉਂਦੀ ਆ। 6 ਦਿਨ ਕੀ ਕਰ ਤੇ 7ਵੇਂ ਦਿਨ, ਇਹ ਗੱਲ ਤੇਰੇ ਪਰਮੇਸ਼ਰ ਨੂੰ ਮਨ ਭਾਉਂਦੀ ਆ। ਮੇਰੇ ਭੈਣ ਭਰਾਓ, ਜਿਲੇ ਨੂੰ 38 ਸਾਲ ਦੇ ਰੋਗੀ ਨੂੰ ਯਿਸੂ ਮਸੀਹ ਲਿਖਿਆ ਖੁਦਾ ਦੇ ਘਰ ਵਿੱਚ ਮਿਲੇ ਤੇ ਉਹਨੇ ਇੱਥੇ ਗੱਲ ਕਹੀ, ਦੇਖ ਤੂੰ ਚੰਗਾ ਹੋ ਗਿਆ, ਹੁਣ ਮੁੜ ਕੇ ਕਦੀ ਗਲਤੀ ਕੋਈ ਪਾਪ ਨਾ ਕਰ, ਕਿਤੇ ਇਹ ਤੋਂ ਵੱਡੀ ਵੀ ਸਜ਼ਾ ਤੇਰੇ ਤੇ ਨਾ ਆ ਜਾਏ। ਤੇ ਜਿਹੜਾ ਖੁਦਾ ਦੇ ਘਰ 'ਚ ਆਏਗਾ, ਮੈਂ ਦੱਸਣਾ ਗਲਤੀਆਂ ਤਾਂ ਹੋ ਹੀ ਜਾਂਦੀਆਂ ਇਨਸਾਨ ਕੋ, ਇੱਕ ਜਾਣ ਬੁੱਝ ਕੇ ਹੁੰਦੀਆਂ, ਇੱਕ ਆਪ ਹੀ ਕਰਦੇ। ਜਿਹੜੀਆਂ ਅਸੀਂ ਆਪ ਕਰਦੇ ਜਾਣ ਬੁੱਝ ਕੇ, ਬਾਈਬਲ 'ਚ ਇਬਰਾਨੀਆਂ 10 ਬਾਬ ਉਹਦੀ 25-26 ਆਇਤ ਇੱਕ ਗੱਲ ਲਿਖੀ ਆ, ਉਹਨੂੰ ਮੈਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ। ਖੁਦਾ ਕਿਹਨਾਂ ਨੂੰ क्षमा ਕਰੇਗਾ ਤੇ ਕਿਹਨਾਂ ਨੂੰ क्षमा ਕਰੇਗਾ। ਪੜ੍ਹੀਏ ਕੀ ਲਿਖਿਆ ਇਬਰਾਨੀਆਂ ਦਾ ਖਾਤ ਉਹਦੀ 10 ਅਧਿਆਇ ਦੀ 25-26 ਦੇਖ ਲਿਓ, 25 ਆਇਤ, ਉੱਥੇ ਇੱਕ ਬਹੁਤ ਅੱਛੀ ਗੱਲ ਲਿਖੀ ਆ। ਅਤੇ ਆਪਸ ਵਿੱਚ ਹੀ ਇਕੱਠੇ ਹੋਣ ਨੂੰ ਨਾ ਛੱਡੀਏ, ਔਰ ਜਿਵੇਂ ਕਈਆਂ ਦਾ ਦਸਤੂਰ ਹੈ, ਹਾਂ, ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ। ਔਰ ਅਤੇ ਇਹ ਓਨਾ ਹੀ ਵਧੇਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਹਾਂ ਵੀ ਉਹ ਦਿਨ ਨੇੜੇ ਆਉਂਦਾ ਹੈ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ। ਇਹਦਾ ਮਤਲਬ ਬਾਈਬਲ ਨੂੰ ਜਾਣਿਆ ਤੇ ਤੂੰ ਜਾਣ ਬੁੱਝ ਕੇ ਵੀ ਪਾਪ ਹੋ ਰਿਹਾ ਹੈ। ਪਤਾ ਹੈ ਕੰਮ ਨਹੀਂ ਕਰਨਾ, ਮੈਂ ਕਰ ਰਿਹਾ ਤੇ ਤੈਨੂੰ ਮਾਫੀ ਨਹੀਂ, ਤੇਰੇ ਲਈ ਨਰਕ ਦਾ ਦਰਵਾਜ਼ਾ ਖੁੱਲਾ, ਤੂੰ ਉੱਥੇ ਜਾਣ ਵਾਲਾ ਹੀ ਹੈ। ਜਦੋਂ ਮਰਜੀ ਤੂੰ ਇੱਥੋਂ ਇਹ ਦੇਹੀ ਛੱਡੇ, ਜਿਹਦੇ ਲਈ ਤੂੰ ਸੰਸਾਰ ਵਿੱਚ ਰਹਿ ਕੇ ਕੰਮ ਕਰ ਰਿਹਾ, ਇਹ ਛੁੱਟ ਜਾਣੀ ਹੈ, ਇਹ ਚਲੀ ਜਾਣੀ ਹੈ ਤੇਰੀ। ਜਿਹਦੇ ਲਈ ਤੂੰ ਇੰਨੀ ਲਗਨ ਮਿਹਨਤ ਕਰ ਰਿਹਾ, ਖਤਮ ਹੋ ਜਾਣੀ। ਤੇ ਬਾਈਬਲ ਕਹਿੰਦੀ ਆਪਣੀ ਜਾਨ ਦੇ ਬਦਲੇ ਆਪਣੇ ਪਰਮੇਸ਼ਰ ਨੂੰ ਕੀ ਦੇਗਾ। ਇੱਕ ਆਦਮੀ ਨੇ ਕਿਹਾ ਨਾ, ਮੈਂ ਧਨ ਜੋੜਿਆ, ਉਹਨੇ ਕਿਹਾ ਐਸ਼ ਕਰ, ਮੌਜਾਂ ਕਰ, ਬਹੁਤ ਦੇਰ ਲਈ ਤੇਰੇ ਲਈ ਧਨ ਜਮਾ ਹੈ। ਉਹਨੇ ਆਪਣੀਆਂ ਕੋਠੇ ਢਾਈਆਂ, ਅਨਾਜ ਜਮਾ ਕੀਤਾ, ਪੈਸੇ ਜਮਾ ਕੀਤੇ, ਤੇ ਕਹਿੰਦਾ ਹੁਣ ਤੂੰ ਐਸ਼ ਕਰ, ਤੇਰੇ ਆਖਰੀ ਦਿਨ ਬੜੇ ਅੱਛੇ ਆ। ਅਸਮਾਨ ਤੋਂ ਪਰਮੇਸ਼ਰ ਨੇ ਕਿਹਾ, ਐ ਮਨੁੱਖ, ਜੇ ਅੱਜ ਰਾਤ ਤੇਰੀ ਜਾਨ ਲੈ ਲਿੱਤੀ ਜਾਵੇ ਤੇ ਇਹ ਚੀਜ਼ਾਂ ਕੱਲ ਨੂੰ ਕਿਹਦੀਆਂ ਹੋਣਗੀਆਂ। ਕਈ ਲੋਕਾਂ ਨੂੰ ਇਦਾਂ ਲੱਗਦਾ ਕਿ ਮੈਂ ਜੋੜਿਆ, ਮੈਂ ਆਪਣਾ ਬਹੁਤ ਕੁਝ ਕੀਤਾ, ਪਰਮੇਸ਼ਰ ਤੈਨੂੰ ਅੱਜ ਤੇਰੇ ਨਾਲ ਗੱਲ ਕਰ ਰਿਹਾ ਵੀ ਤੇਰੇ ਤੋਂ ਲੈ ਤਾਂ ਫੇਰ ਕਿਹਦੀਆਂ ਹੋਣ। ਇਹ ਤਿਆਰੀ ਕਰ ਕਿ ਜੇ ਮੈਂ ਤੂੰ ਵਾਅਦੇ ਦੀ ਅੱਜ ਹੀ ਕੂਚ ਕਰ ਜਾਵਾਂ ਤੇ ਕੀ ਮੈਂ ਪਰਮੇਸ਼ਰ ਸਾਹਮਣੇ ਖਲੋ ਸਕਦਾ। ਜਿਹੜੀ ਗੱਲ ਲੂਕਾ ਦੀ 'ਚ ਲਿਖੀ ਆ, ਤੁਸੀਂ ਉਹਦੇ ਸਾਹਮਣੇ ਖਲੋ ਸਕੋ। ਮੇਰੇ ਭੈਣ ਭਰਾਓ, ਸਾਡਾ ਇਧਰੋਂ ਸਿਸਟਮ ਖਤਮ ਹੋਇਆ ਪਿਆ ਹੈ। ਉਹਦਾ ਯਿਸੂ ਨੂੰ ਮੰਨਦੇ ਆ, ਪਰ ਸਵਰਗ ਜਾਣ ਲਈ ਸਾਡਾ ਸਿਸਟਮ ਕੋਈ ਨਹੀਂ। ਇਹਨਾਂ ਗੱਲਾਂ ਨੂੰ ਹੁਣ ਤੁਸੀਂ ਧਿਆਨ ਰੱਖੋ। ਇਹ ਜਿਹੜੀ ਗੱਲ ਲਿਖੀ ਹੈ, ਇੱਕ ਜਾਣ ਬੁੱਝ ਕੇ ਪਾਪ, ਇੱਕ ਅਸੀਂ ਜਾਣ ਬੁੱਝ ਕੇ ਕਰ, ਸਾਨੂੰ ਪਤਾ ਨਹੀਂ ਪਾਪ ਫਿਰ ਵੀ ਹੋ ਰਿਹਾ, ਤੈਨੂੰ ਮਾਫੀ ਨਹੀਂ ਹੈ। ਇਹਦਾ ਲਿਖਿਆ, ਪੜੋ ਕੀ ਲਿਖਿਆ। ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ, ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ, ਜਾਣ ਬੁੱਝ ਕੇ ਪਾਪ ਕਰੀ ਜਾਈਏ, ਤਾਂ ਪਾਪਾਂ ਦੇ ਨਿਮਿਤ ਕੋਈ ਮਾਫੀ ਨਹੀਂ। ਤੂੰ ਕਿੰਨੇ ਵੀ ਫਿਰ ਜੋ ਮਰਜ਼ੀ ਕਰੀ, ਤੈਨੂੰ क्षमा ਨਹੀਂ। ਇਹ ਗੱਲ ਅਸਾਊ ਨੇ ਕੀਤੀ। ਬਾਈਬਲ ਕਹਿੰਦੀ ਉਹਨੇ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਉਹਨੇ ਆਪਣਾ ਜਿਹੜਾ ਪਹਿਲਾ ਪਿਆਰ ਸੀ ਉਹਨੂੰ ਵੇਚ ਦਿੱਤਾ ਕਿਸੇ ਦੇ ਹੱਥ ਵਿੱਚ। ਲਿਖਿਆ ਉਹਨੇ ਆਸ਼ੀਸ਼ ਪ੍ਰਾਪਤ ਕਰਨੀ ਚਾਹੀ, ਪਰ ਨਹੀਂ,
ਉਹਨੇ ਉਸ ਸਮੇਂ ਨੂੰ ਖੋ ਦਿੱਤਾ। ਮੇਰੇ ਭੈਣ ਭਰਾਓ, ਕਿ ਤੁਸੀਂ ਵੀ ਇਸ ਤਰ੍ਹਾਂ ਅਸੌਮ ਕਰਦੇ ਪਏ ਹੋ। ਰੋਟੀ ਦੇ ਡੰਗ ਲਈ ਉਹਨੇ, ਅੱਜ ਵੀ ਕਈ ਰੋਟੀ ਚਾਹ ਪਾਣੀ ਤੋਂ ਨਾਰਾਜ਼ ਹੋ ਕੇ ਤੇ ਕਹਿੰਦੇ ਅਸੀਂ ਹੁਣ ਚਰਚ ਹੀ ਨਹੀਂ ਆਇਆ ਕਰਨਾ, ਸਾਨੂੰ ਬਹੁਤ ਦੁੱਖ ਹੋਇਆ। ਇੱਦਾਂ ਹੁੰਦਾ ਹੈ, ਇੱਕ ਕੱਪ ਦੇ ਚਾਹ ਨੇ ਤੈਨੂੰ ਖੁਦਾ ਤੋਂ ਦੂਰ ਕਰਤਾ, ਇੱਕ ਡੰਗ ਦੀ ਰੋਟੀ ਨੇ ਤੈਨੂੰ ਖੁਦਾ ਤੋਂ ਦੂਰ ਕਰ ਦਿੱਤਾ। ਹਾਂਜੀ, ਇੱਕ ਲੇਟ ਹੋ ਗਈ ਬੰਦਗੀ, ਰੋਟੀ ਭੁੱਖ ਲੱਗੀ ਹੋਈ ਆ, ਨਹੀਂ ਮੈਂ ਯਾਰ ਬੰਦਗੀ ਟਾਈਮ ਤੇ ਨਹੀਂ ਖਤਮ ਹੁੰਦੀ, ਤੈਨੂੰ ਰੋਟੀ ਸਤਾਉਂਦੀ ਆ, ਤੈਨੂੰ ਇੱਕ ਦਿਨ ਨਰਕ ਵੀ ਸਤਾਏਗਾ। ਇੱਕ ਡੰਗ ਦੀ ਰੋਟੀ ਨੇ ਸਾਊ ਨੂੰ ਤੋਂ ਜਲਾਲ ਚਲਾ ਗਿਆ। ਕਿੰਨੇ ਲੋਕਾਂ ਨੇ ਆਪਣਾ ਟਾਈਮ ਪੱਕਾ ਕੀਤਾ, ਨਹੀਂ ਮੈਂ 1:30 ਵਜੇ ਹੀ ਖਾਣੀ, 2 ਵਜੇ ਹੀ ਖਾਣੀ, 1 ਵਜੇ ਹੀ ਖਾਣੀ ਆ। ਇੱਕ ਦਿਨ ਤੂੰ ਨਾ ਖਾਏਂਗਾ ਤੂੰ ਕਿਤੇ ਮਰ ਨਹੀਂ ਚੱਲਾ। ਤੇਰੇ ਖੁਦਾ ਨੇ ਤਾਂ 40 ਦਿਨ ਖਾਧੀ ਨਾ 40 ਰਾਤ ਖਾਧੀ। मूसा ने जिन्हें अवस्था जिन्हें लैके आंदी उन्हें भी 40 दिन 40 रात कुछ नहीं खाता। तेनों 1 घंटे च तेनों बिफ्ता पैंदी, अज लेट 3 बज गए आ, रोटी बहुत काम खराब है। बाइबल कहती साऊ ने इसी रोटी करके अपनी आशीष नूं की कर दिता, खो दिता। इत्थे लिखिया जानबूझ के पाप हन, और की लिखिया ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, फिर कोई बलिदान नहीं, फिर कोई बलिदान नहीं, क्योंकि तू जानबूझ के कर रहा। बाइबल तेनों पता है कि एक काम पाप है, तू जान के कर रहा। जिन्नी मर्जी दुआ करा ला ते करी, तेनों क्षमा नहीं है, क्षमा नहीं, तू जान के कर रहा है। मेरे भैन भराओ, उन्होंने उस जगह तो यसु मसीह ने बाहर कढ़ के लैके आंदा। तुहानूं पता, उन्होंने पता सी जिथे रहेगा मुश्किल आ जाएगी, फिर इस जगह ते रह के फिर पाप करेगा। जिस जगह ते तुहाडे ते कब्जा है उत्थों निकल के बाहर आइए। जिस जगह ते तेरी चंगियाई रुकी हुई है, तेरी आशी रुकी हुई है, वो दिमाग च गल च सोच कित्थे करके मेरे से जिहड़ी ये स्थिति है, जिहड़ी मैं जिच्चों मैं गुजरदा पिया आ, जिहड़ी मुश्किल चों गुजरदा, किहड़ी जगह ते मैं ठहरिया होया, किहड़ी चीज मेरी आशीष नूं रोकदी पई आ। जे तेनों अन्य भाषा नहीं मिली, अन्य भाषा नहीं मिलती पई, ते किहड़ी चीज आ पवित्र आत्मा तो रोकदी पई तेरे विच उतर तो, किहड़ी गल? ओनू अज उत्थों निकल के बाहर आ। खुदा नूं कहो कि जिवें उस अन्ने नूं तू बाहर कढ़ के उस जगह तो लैके आया, इदा मैं भी उस जगह तो बाहर आना चाहना जिथे मैं फसिया होया, ताकि उहदे च मुड़ के मैं कदी ना जावां। अज मेरे ते अनुग्रह कर, अज मेरे ते दया कर परमेश्वर, ताकि खुदावन मेरिया अखां खुल जान। जिवें तेरे दास ने दुआ की लीशा ने, इहदियां अखां खोल ताकि उन्हें पता लगे कि साडे नाल किन्ने हैं। मेरे भैन भराओ, मसीह विच मैं तुहानूं बेनती करदा हां, बाइबल पढ़िया करो, सिक्ख्या करो। हुण मैं कित्थे आ? कई लोग अज भी सदूम उमूरा च ही है। खुदा ने क्या इस नूं छड़ दो, अपने दास नूं क्या नूं छड़ दे। लूत भी उतों बाइबल कहती बाहर आया, लेकिन गड़बड़ हो गई। इनू ख्याल करिए कि तुसी फिर उस जगह ते जाना चाहते हो जिथों निकल के आए हो। यही इसराइलियां दा गुनाह सी। असीं तौबा की, पानी दा बसमा लिता, की हुण मैं फिर उत्थे जाना चाहना। पतरस कहंदा नलाई हुई सूरनी कुत्ता अपनी छांट की ओर फिर दोबारा वापस चले जाता है। पंजाबी च लिखा कुत्ता अपनी उल्टी करके आप ही खा लेता। ओदा मतलब पत्र के खाते लिखा तुसी कुत्ते ते सूर वर्गे नहीं बनना। सूर दे बारे लिखा नलाई हुई सूरनी, जिन्हों असीं सूर कहने नला दो। बाइबल कहती है चाहे नथ पा दो, सुलेमान कहंदा ओ जिन्ना मर्जी उन्हें वॉश करो, जिन्ना मर्जी उन्हें चंगे हो, फिर लौट के किचड़ च जाएगी। कई विश्वासियों का हाल यह है, उन्होंने खुदा कढ़ लिया लेकिन उनका आनंद नहीं है, वो फिर उत्थे जाना चाहते हैं जिथों निकल के आया। तेरा खुदा कहंदा इथों निकल आया, हुण मुड़ के उत्थे वापस ना जाए। आइए अखा बंद करांगे, दुआ करांगे। प्रभु अज तू मैनूं बहुत सारी गल्लां सिखाईयां, मैं जानबूझ के पाप ना करा, क्योंकि फिर कोई माफी नहीं। एक कौन करांदा तुहानूं पता? बाइबल कहती चोर आंदा, चोर चोरी करना आंदा,
ਤੁਹਾਨੂੰ ਵੱਡੇ ਤੇ ਤੁਹਾਨੂੰ ਨਾਸ ਕਰੇ। ਆਏਗਾ ਜਿਹੜਾ ਆਜਾ ਸੁਣਿਆ ਤੇਰੇ ਚੋਂ ਕੱਢ ਕੇ ਲੈ ਜਾਏਗਾ। ਉਹ ਕਹੇਗਾ ਕੋਈ ਗੱਲ ਨਹੀਂ, ਉਹ ਭੁਲਾ ਦੇਗਾ ਤੈਨੂੰ ਕਿ ਨਹੀਂ ਯਾਰ ਇਬਰਾਨੀਆਂ ਦੇ ਖਾਚੇ ਜਿਹੜੀ ਗੱਲ ਲਿਖੀ ਆ ਤੈਨੂੰ ਚੇਤਾ ਹੀ ਨਹੀਂ ਰਹੇਗਾ ਕਿ ਜੇ ਮੈਂ ਜਾਣਬੁੱਝ ਕੇ ਪਾਪ ਕਰ ਰਿਹਾ, ਮੈਨੂੰ ਪਤਾ ਹੈ ਉੱਥੇ ਲਿਖਿਆ ਕਿ ਨਹੀਂ ਕੰਮ ਕਰਨਾ, फिर सजा आ, फिर तेरे लिए कोई दूसरा बलिदान नहीं है। तभी उस राइटर ने गल लिखी ना, बहुत अच्छा गीत लिखा, वो लिखा ना, चोर आया चोरी करने घाती है करने, चोर आया घाती है करने, यीशु आया जीवन देने, बहुत कदी तू आजा यीशु के पास, तुझे यीशु बुला रहा, तू आजा यीशु के पास, यीशु बुला रहा, यीशु बुला रहा, तेरा नाम ले तुझे यीशु बुला, तेरा नाम। आइए पैरों से खड़े हो जाओगे क्योंकि सानू खुदा बुला रहा, नहीं बुलाया तेरा। यीशु बुला रहा, यीशु बुला रहा, तेरा नाम तुझे क्या पाएगा तू दुनिया को, क्या लाभ होगा खोकर सिया माँ को, क्या पाएगा तू जीत कर इस दुनिया को, क्या खोकर सिया को, तू आजा यीशु के पास, तुझे यीशु बुला रहा, आजा यीशु के पास। तारीफ गाइए गाइए, यीशु बुला रहा। आमीन आमीन आमीन। तेरा नाम ले लेकर तेरा नाम ले लेकर यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर
तेरा नाम मिले कई। इन्होंने ध्यान ना सोचे तानू किने बुलाया, पास्टर विजय ने? नो, मैं तानू नहीं बुलाया, आकाश दे परमेश्वर ने, सर्व शक्ति परमान परमेश्वर ने, तेरे सिरजनकर्ता ने तेनू बुलाया ताकि तू दी इबादत करे। क्योंकि परमेश्वर ने इंसान में इसलिए सिरजा कि ओदी परस्तिश करे, ओदी महिमा करे, इस करके इंसान को परमेश्वर ने सिरजा। तानू पता, तानू बहुत थैंक्स करना चाहिए खुदावन, मनु किसी पासवान ने नहीं, मनु तू बुलाया। ए तेरे लिए गुड न्यूज़ आ, तेनू परमेश्वर बुला रहा। बाइबल ये कहती इधर लिखा निर्गमन की पुस्तक से, इधर लिखा परमेश्वर तेनू नाम लेके बुलाया। यूहन्ना 10 चैप्टर लिखा, वो अपनी भेड़ों को बोलो की करता है, जोर दे के ये परमेश्वर ने मेनू नाम लेके बुलाया। मां हर मां अपने बच्चे को नाम लेके बुलाएगी, किसी दूसरी मां को की पता तेरा की ना, तेरी मां को पता तेरा की, तेरे बाप को पता तेरा की, इस करके तेरे सवाली बाप को पता तेरा की, उन्हें तेनू बुलाया। इस करके हाथ चक के धन्यवाद करेंगे, आए खुदा तू मैनू बुलाया, आए परमेश्वर तू मैनू बुलाया, तू मैनू सिरजिया ताकि मैं तेरी बुढ़ियाई करूं। थैंक यू, थैंक यू, थैंक यू, थैंक यू। हो कोई अपनी मर्जी तो बिना बाइबल कहती कोई नहीं आ सकता। इधर लिखा यूहन्ना नीचे परमेश्वर बुलांदा है। चोर आया चोरी करने, घात है करने, चोर आया चोरी, गाइए गाइए, घात हत्या करने, यीशु आया जीवन देने, बहुत का जी देने, तू आजा यीशु के पास, तुझे यीशु बुला, तू आजा यीशु के पास। आमीन। यीशु बुला रहा, यीशु बुला रहा, तेरा नाम मिले तेरा नाम मिले कई, उधर शू बुला रहा, तेरा नाम मिले कई, तेरा नाम मिले